थे पहले तेरी ओर। आजा गुनाहों से बाहर, आजा गुनाहों से बाहर, क्यों देखे चारों शेदे गए जो हाथ थे पहले तेरी ओर। शेदे गए जो हाथ थे पहले तेरी ओर। जख्मों की तेरे है दवा, बस एक उसी के पास। जख्मों की तेरे है दवा, बस एक उसी के पास। तेरे लिए ही झेले हैं जिसने जख्म हजार। तेरे लिए ही झेले हैं जिसने जख्म हजार। हर पल वो तुझको देखे हैं, तू देख उसकी ओर। हर पल वो तुझको देखे हैं, तू देख उसकी ओर। आजा गुनाहों से बाहर, आजा गुनाहों से बाहर, क्यों देखे चारों शेदे गए जो हाथ थे पहले। ओ शेदे गए जो हाथ थे पहले। दिन आग का है आ रहा, सब कुछ जलाएगा। दिन आग का है आ रहा, सब कुछ जलाएगा। फिर कोई तेरे पास ना संदेश लाएगा। फिर कोई तेरे पास ना संदेश लाएगा। आजा के हकीकत है, क्यों देखे चारों ओर। आजा के हकीकत है शोर चारों ओर। आजा गुनाहों से बाहर, आजा गुनाहों से बाहर, क्यों देखे चारों शेदे गए जो हाथ थे पहले। ओ शेदे गए जो हाथ थे पहले। हालेलुया। प्रभु सारे आशीष करे। प्रभु का धन्यवाद होवे। खुदा ने फिर सानू बुलाया कि असीं परमेश्वर की बाणी सुनीए। पिछले हफ्ते भी खुदा ने सुसमाचार सुनाने वास्ते अलग अलग स्थानों के लैके गया और अलग अलग पिंडों के लैके गया। साडी कोशिश है जिथे तक भी हो सके असीं सुसमाचार सुना दिए, कोई जगह खाली ना रहे, मौका सारी जगह पर दे दिता जाए। कोई विश्वास करे या ना करे वो खुदा का काम। हालेलुया। असीं होका दे दिए, होका देने लिए असीं हर जगह पर पहुँच रहे हैं। अज भी प्रभु चाहता है तो असीं चंडीगढ़ जा रहे हैं फिर दोबारा, और उत्थे होर नवी फैमिली आ उस जगह पर जाना। और जे विचों सानू टाइम लगा किसी भी टाइम सुसमाचार के लिए, फिर असीं किते भी उस जगह पर सुसमाचार भी सुनावांगे। उसके लिए प्रार्थना करते रहना।
ਔਰ 4 ਵਜੇ ਦੇ ਕਰੀਬ ਅਸੀਂ ਇਸ ਫੈਮਿਲੀ ਕੋ ਬਹਿਣਾ ਹੈ ਜਿਹੜੇ ਬੰਧਨ ਦੇ ਵਿੱਚ ਆ। ਔਰ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਹੱਥ ਜੋੜ ਕੇ ਕਿ ਤੁਸੀਂ 4 ਵਜੇ ਆਪਣਾ ਟਾਈਮ ਕੱਢ ਲੈਣਾ, ਆਪਣੇ ਘਰਾਂ 'ਚ ਬੈਠ ਜਾਣਾ ਪ੍ਰਾਰਥਨਾ ਤੇ। 4 ਤੋਂ 5 ਕਿੰਨਾ 4 ਤੋਂ 5 ਪਿੱਛੇ ਪ੍ਰਾਰਥਨਾ ਸਾਨੂੰ ਚਾਹੀਦੀ ਹੈ। ਹਾਲੇਲੂਇਆ। ਤੇ ਉੱਥੇ ਕੰਮ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਪ੍ਰਭੂ ਤੇ ਲੈ ਕੇ ਗਿਆ ਆ ਤੇ ਬਚਨ 'ਚ ਲਿਖਿਆ ਹੈ ਪ੍ਰਭੂ ਉਹਨਾਂ ਦੇ ਨਾਲ ਕੰਮ ਕਰਦਾ ਸੀ ਤੇ ਚਿੰਨ੍ਹਾਂ ਦੇ ਦੁਆਰਾ ਕੀ ਕਰਦਾ ਸੀਗਾ, ਸਾਬਤ ਕਰਦਾ ਸੀਗਾ। ਹਾਲੇਲੂਇਆ। ਕਈ ਥਾਵਾਂ ਤੇ ਚਿੰਨ੍ਹ ਦੁਆਰਾ ਵੀ ਸਾਬਤ ਹੋਣਾ ਜ਼ਰੂਰੀ ਆ। ਸੋ ਚਿੰਨ੍ਹ ਦੁਆਰਾ ਸਾਬਤ ਹੋਵੇ ਜਾਂ ਵਚਨ ਦੁਆਰਾ ਸਾਬਤ ਹੋਵੇ, ਸਾਬਤ ਹੋਣਾ ਚਾਹੀਦਾ। ਹਾਲੇਲੂਇਆ। ਸੋ ਸਾਡਾ ਸਾਰਿਆਂ ਦੇ ਲਈ ਇਹੀ ਆ, ਅਗਰ ਚਿੰਨ੍ਹ ਦਿਖਾ ਕੇ ਵੀ ਖੁਦਾ ਕਿਸੇ ਨੂੰ ਲਿਆਉਣਾ ਚਾਹੁੰਦਾ ਅਸੀਂ ਤਾਂ ਉਹੀ ਸੱਚਾਈ ਹੀ ਲੋਕਾਂ ਤੱਕ ਪਹੁੰਚਾਉਣੀ ਆ। ਔਰ ਜੇ ਉਹ ਸੱਚਾਈ ਨੂੰ ਕਬੂਲ ਕਰਨਗੇ ਅਸੀਂ ਅੱਗੇ ਉਹਨਾਂ ਦੇ ਨਾਲ ਚੱਲਣਾ ਹੈ, ਨਹੀਂ ਤਾਂ ਫਿਰ ਅਸੀਂ ਆਪਣੇ ਆਪ ਨੂੰ ਪਿੱਛੇ ਕਰ ਲੈਣਾ ਹੈ। ਹਾਲੇਲੂਇਆ। ਹਾਲੇਲੂਇਆ। ਇਸ ਲਈ 4 ਵਜੇ ਦੁਪਹਿਰ ਨੂੰ ਤੁਸੀਂ ਬੈਠ ਜਾਣਾ ਪ੍ਰਾਰਥਨਾ ਤੇ 4 ਤੋਂ 5। ਔਰ ਇਸ ਤੋਂ ਇਲਾਵਾ ਹੁਣ ਅਸੀਂ ਹੁਣ ਤੱਕ ਜੋ ਅਸੀਂ ਸੁਸਮਾਚਾਰ ਸੁਣਾ ਚੁੱਕੇ ਹਾਂ, ਹਜ਼ਾਰਾਂ ਲੋਕਾਂ ਤੱਕ ਸੁਸਮਾਚਾਰ ਪਹੁੰਚ ਚੁੱਕਾ ਹੈ। ਕਰੀਬ 70,000 ਦੇ ਕਰੀਬ ਲੋਕਾਂ ਤੱਕ ਸੰਦੇਸ਼ ਪਹੁੰਚ ਚੁੱਕਾ ਹੈ, ਜਿਹਦੇ 'ਚ ਜ਼ਿਆਦਾ ਰਿਪੀਟ ਜਿਹੜੇ ਸੁਣਦੇ ਸਾਡੇ 200-300 ਲੋਕ ਜਿਹੜੇ ਇਹ ਸੁਣਦੇ ਆ, ਬਾਕੀ ਸਾਰੇ ਨਵੇਂ ਹੁੰਦੇ ਆ ਔਰ ਨਵੇਂ ਲੋਕ ਸੁਣ ਰਹੇ ਆ। ਔਰ ਬੜੀ ਸਾਨੂੰ ਉਹਨਾਂ ਦੇ ਮੈਸੇਜ ਵੀ ਆ ਰਹੇ ਜਿਹੜਾ ਸਾਨੂੰ ਰਿਪੀਟ ਨਹੀਂ ਦਿੱਤਾ ਜਾ ਰਿਹਾ, ਉਹਨਾਂ ਦਾ ਰਿਪਲਾਈ ਨਹੀਂ ਦਿੱਤਾ ਜਾ ਰਿਹਾ। ਸੋ ਸਾਰੇ ਖੁਸ਼ ਆ ਔਰ ਸਭ ਲੋਕ ਸੁਣ ਰਹੇ ਆ ਖੁਦਾ ਦੇ ਕਲਾਮ ਨੂੰ। ਅਸੀਂ ਇੱਕ ਭਜਨ ਗਾਉਂਦੇ ਹੁੰਦੇ ਆ, ਤੂੰ ਚੇਤੇ ਰੱਖ ਬੰਦਿਆ, ਬਲਵੀਰ ਸੂਫੀ ਆ ਚੰਡੀਗੜ੍ਹ ਤੋਂ। ਸੋ ਉਹਨਾਂ ਨੇ ਵੀ ਸੁਣਿਆ ਤੇ ਆਸ਼ੀਰਵਾਦ ਭੇਜਿਆ ਸੀਗਾ। ਹਾਲੇਲੂਇਆ। ਅਸੀਂ ਕਿਹਾ ਹੋਰ ਵੀ ਸਾਨੂੰ ਗੋਸਪਲ ਕੋਈ ਜਿਹੜਾ ਗੀਤ ਆ ਉਹ ਚਾਹੀਦਾ ਤਾਂ ਕਿ ਸਾਰੇ ਲੋਕਾਂ ਨੂੰ ਸਮਝ ਆਵੇ ਔਰ ਲੋਕ ਪ੍ਰਭੂ ਦੀ ਬਾਣੀ ਨੂੰ ਵੀ ਸੁਣਨ। ਹਾਲੇਲੂਇਆ। ਸੋ ਅਸੀਂ ਪਿਛਲੇ ਦਿਨਾਂ ਵਿੱਚ ਪ੍ਰਭੂ ਦੇ ਵਚਨ ਤੋਂ ਵਿਚਾਰ ਕਰ ਰਹੇ ਹਾਂ ਕਿ ਸਰੀਰ ਦੇ ਕੰਮ। ਸੋ ਵਿੱਚ ਸਰੀਰ ਦੇ ਕੰਮ ਹੋਇਆ ਕਰਨਗੇ, ਵਿੱਚ ਕੁਝ ਹੋਰ ਕੰਮ ਹੋਇਆ ਕਰਨਗੇ। ਅਲੱਗ-ਅਲੱਗ ਤਰੀਕੇ ਦੇ ਨਾਲ ਵਿੱਚ ਨਵੇਂ ਲੋਕ ਵੀ ਬਿੰਦੇ ਆ, ਸਾਰਿਆਂ ਨੂੰ ਗੱਲ ਸਮਝ ਆਈ ਜਾਵੇ ਉਹਦਾ ਕਰਕੇ ਅਸੀਂ ਕੁਝ ਵਿੱਚ ਵਚਨ ਜਿਹੜਾ ਆ ਉਹ ਅਲੱਗ-ਅਲੱਗ ਹਿਸਾਬ ਦੇ ਨਾਲ ਦਿੰਦੇ ਜਾਵਾਂਗੇ। ਸੋ ਜਿਹੜਾ ਵੀ ਤੁਸੀਂ ਆਪਣਾ ਲਿਖਿਆ ਹੋਇਆ ਉਹ ਤੁਸੀਂ ਲਿਖ ਕੇ ਰੱਖਣਾ ਆ ਔਰ ਆਪਣੀ ਕੱਚੀ ਕਾਪੀ ਲਿਆ ਕਰੋ ਨੋਟ ਕਰਨ ਦੇ ਲਈ। ਔਰ ਅਸੀਂ ਪਿਛਲੇ ਦਿਨਾਂ 'ਚ ਇੱਕ ਵਿਸ਼ਾ ਸ਼ੁਰੂ ਕੀਤਾ ਹੈ ਸਰੀਰ ਦੇ ਕੰਮ, ਦੂਸਰਾ ਹੈਗਾ ਆ ਅਨੁਗ੍ਰਹਿ ਕਿਰਪਾ। ਹਾਲੇਲੂਇਆ। ਕਿਰਪਾ ਦਾ ਵੀ ਵਿਸ਼ਾ ਸ਼ੁਰੂ ਕੀਤਾ ਹੈ, ਸਰੀਰ ਦੇ ਕੰਮ ਦਾ ਵੀ ਸ਼ੁਰੂ ਕੀਤਾ ਹੈ। ਬਾਈਬਲ ਕਲਾਸ ਦੇ ਵਿੱਚ ਮਿਲਾਪ ਦਾ ਤੰਬੂ ਥੋੜੀ ਦੇਰ ਰੋਕ ਕੇ ਅਸੀਂ ਉੱਥੇ ਇੱਕ ਵਿਸ਼ਾ ਸ਼ੁਰੂ ਕੀਤਾ ਹੈ, ਜਦੋਂ ਕਿ ਇਨਸਾਨ ਪ੍ਰਭੂ ਵੱਲ ਮੁੜਦਾ ਆ ਤੇ ਕੀ ਹੁੰਦਾ ਆ, ਪਿਤਾ ਵੱਲੋਂ, ਪੁੱਤਰ ਵੱਲੋਂ, ਪਵਿੱਤਰ ਆਤਮਾ ਵੱਲੋਂ ਸੰਬੰਧਿਤ ਕੀ ਹੁੰਦਾ ਆ, ਕਿ ਪਾਪ ਦੇ ਨਾਲ ਸੰਬੰਧਿਤ ਕੀ ਹੁੰਦਾ ਆ, ਮੁਕਤੀ ਦੇ ਨਾਲ ਆਪਣੇ ਸ਼ੈਤਾਨ ਦੇ ਨਾਲ ਸੰਬੰਧਿਤ ਕੀ ਹੁੰਦਾ ਆ ਤੇ ਸੰਸਾਰ ਦੇ ਨਾਲ ਸੰਬੰਧਿਤ ਕੀ ਹੁੰਦਾ। ਸਾਰੀਆਂ ਘਟਨਾਵਾਂ ਆ ਇੱਕ ਨਵੇਂ ਭੈਣ ਭਰਾਵਾਂ ਦੇ ਵਾਸਤੇ, ਜਾਂ ਤਾਂ ਕਿ ਉਹਨਾਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋਵੇ, ਪੁਰਾਣੇ ਭੈਣ ਭਰਾਵਾਂ ਦੇ ਵਾਸਤੇ ਤਾਂ ਕਿ ਉਹਨਾਂ ਨੂੰ ਵੀ ਯਾਦ ਆ ਜਾਵੇ ਪਰਮੇਸ਼ਰ ਨੇ ਸਾਨੂੰ ਕਾਹਦੇ ਲਈ ਫੜਿਆ ਹੋਇਆ ਹੈ ਜਾਂ ਕੀ ਕੁਝ ਸਾਡੇ ਜੀਵਨ 'ਚ ਕਰ ਦਿੱਤਾ ਹੋਇਆ ਜਿਹਦਾ ਕਰਕੇ ਅਸੀਂ ਉਹਦੇ ਵਿੱਚ ਬਣੇ ਰਹਿਣਾ ਹੈ। ਹਾਲੇਲੂਇਆ। ਸੋ ਅਸੀਂ ਉਹ ਕਿਰਪਾ ਦੇ ਵਿਸ਼ੇ ਵਿੱਚ ਬਹੁਤ ਸਾਰੀਆਂ ਗੱਲਾਂ ਨੂੰ ਸੁਣਿਆ ਸੀਗਾ ਤੇ ਇੱਥੇ ਸਟਾਪ ਕੀਤਾ ਸੀਗਾ ਅਸੀਂ ਕਿ ਕਿਰਪਾ ਦੀਆਂ 3 ਵੱਡੀਆਂ ਆਸ਼ੀਸ਼ਾਂ ਪਿਛਲੇ ਦਿਨਾਂ ਵਿੱਚ ਅਸੀਂ ਸੁਣਿਆ ਸੀਗਾ। ਕਿਰਪਾ ਦੀਆਂ 3 ਵੱਡੀਆਂ ਆਸ਼ੀਸ਼ਾਂ, ਜਿਹਦੇ ਵਿੱਚ ਕੀ ਸੀਗਾ ਕਿ ਕਿਰਪਾ ਹੀ ਆ ਜਿਹਦੇ ਦੁਆਰਾ ਮੁਕਤੀ ਆਉਂਦੀ ਆ। ਕੀ ਆਉਂਦੀ ਹੈ ਜੀ? ਕਿਰਪਾ ਆ ਜਿਹਦੇ ਦੁਆਰਾ ਕੀ ਆਉਂਦੀ ਆ? ਮੁਕਤੀ ਆਉਂਦੀ ਆ। ਔਰ ਇਹ ਸਾਰਿਆਂ ਮਨੁੱਖਾਂ ਤੇ ਪ੍ਰਗਟ ਆ। ਕੀ ਸੁਣਿਆ ਸੀਗਾ? ਕਿਰਪਾ ਦੁਆਰਾ ਮੁਕਤੀ ਆਉਂਦੀ ਆ ਔਰ ਇਹ ਮੁਕਤੀ ਕੀ ਆ? ਕਿੰਨਿਆਂ ਤੇ ਪ੍ਰਗਟ ਆ? ਭਲਾ ਸਾਰਿਆਂ ਤੇ ਪ੍ਰਗਟ ਆ। ਹਾਲੇਲੂਇਆ। ਸੂਰਜ ਸਾਰਿਆਂ ਤੇ ਚੜਿਆ ਆ, ਕਿਸੇ ਨੇ ਉਹਦੀ ਰੋਸ਼ਨੀ ਦਾ ਆਨੰਦ ਲੈਣਾ ਹੈ, ਲਵੇ ਨੇ ਤਾਂ ਘਰਾਂ 'ਚ ਕੁੰਡੇ ਲਾ ਕੇ ਬੈਠਾ ਰਵੇ, ਇਹ 'ਚ ਖੁਦਾ ਦਾ ਕੋਈ ਕਸੂਰ ਨਹੀਂ। ਹਾਲੇਲੂਇਆ। ਸੂਰਜ ਆ ਕੋਈ ਉਹਨੂੰ ਦੇਖਣਾ ਚਾਹਵੇ ਦੇਖ ਲੇ, ਕੋਈ ਅੱਖਾਂ ਬੰਦ ਰੱਖਣੀਆਂ ਚਾਹੁੰਦਾ ਆ ਬੰਦ ਰੱਖੇ, ਪਰ ਇਹ ਜਿਹੜੀ ਕਿਰਪਾ ਆ ਇਹ ਵੀ ਸਾਰਿਆਂ ਤੇ ਕੀ ਆ? ਭਲਾ ਪ੍ਰਗਟ ਆ। ਕੋਈ ਇਹਦੇ 'ਚ ਆਉਣਾ ਚਾਹਵੇ ਜਾਂ ਨਾ ਚਾਹਵੇ ਉਹਦੇ ਉੱਤੇ ਨਿਰਭਰ। ਹਾਲੇਲੂਇਆ। ਫਿਰ ਆਪਾਂ ਇਹਦੇ 'ਚ ਦੇਖਿਆ ਸੀ ਇਹ ਕਿਰਪਾ ਆ 7 ਗੱਲਾਂ ਸਾਨੂੰ ਸਿਖਾਉਂਦੀ ਆ। ਉਹਦੇ 'ਚ ਆਪਾਂ ਦੇਖਿਆ ਸੀਗਾ ਕਿ ਜਿਹੜੀ ਪਰਮੇਸ਼ਰ ਦੀ ਕਿਰਪਾ ਆ ਇਹ ਸਾਨੂੰ ਸਾਡੇ ਵਿੱਚ ਜਿਹੜੀ ਆਭਗਤੀ ਆ, ਭਗਤੀ ਦਾ ਜਿਹੜਾ ਦੂਸਰਾ ਰੂਪ ਹੁੰਦਾ ਆ ਉਲਟ, ਆਭਗਤੀ ਜਿਹੜੀ ਆ ਇਹਦਾ ਇਨਕਾਰ ਕਰਾਉਂਦੀ ਹੈ ਕਿਰਪਾ। ਜਦੋਂ ਕਿਰਪਾ ਸਾਡੇ ਤੇ ਹੋ ਜਾਂਦੀ ਅਸੀਂ ਆਭਗਤੀ ਦਾ ਕੀ ਕਰ ਦਿੰਦੇ ਆ? ਯਾਨੀ ਕਿ ਮੂਰਤੀ ਪੂਜਾ ਤੋਂ ਸਾਡਾ ਕੀ ਹੋ ਜਾਂਦਾ ਆ? ਇਨਕਾਰ ਹੋ ਜਾਂਦਾ। ਫਜ਼ੂਲ ਰੀਤੀ ਰਿਵਾਜਾਂ ਤੋਂ, ਫਜ਼ੂਲ ਪ੍ਰਕਾਰ ਦੀ ਹੈ ਭਗਤੀ ਤੋਂ ਕੀ ਹੁੰਦਾ? ਇਨਕਾਰ। ਆਪਣੇ ਆਪ ਹੀ ਸਾਡੇ ਮਨ 'ਚ ਆ ਜਾਂਦਾ ਵੀ ਨਹੀਂ ਇਹ ਯੋਗ ਨਹੀਂ। ਪਰ ਕਿਹਦੇ ਤੇ ਆਉਣਾ ਆ? ਜਿਹਦੇ ਤੇ ਕਿਰਪਾ ਹੋਗੀ।
ਹਾਲੇਲੂਇਆ, ਕਿਰਪਾ ਦੀ ਨਿਸ਼ਾਨੀ ਆ। ਫਿਰ ਆਪਾਂ ਦੇਖਿਆ ਸੀ ਸੰਸਾਰ ਦੀ ਅਭਿਲਾਸ਼ਾ ਦਾ ਕੀ ਹੁੰਦਾ ਹੈ, ਫਿਰ ਇਨਕਾਰ ਹੋਣਾ ਸ਼ੁਰੂ ਹੋ ਜਾਂਦਾ। ਸੰਸਾਰ 'ਚ ਜੋ ਵੀ ਸਾਡੀਆਂ ਅਭਿਲਾਸ਼ਾਵਾਂ ਇੱਛਾਵਾਂ ਆ, ਉਹਨਾਂ ਦਾ ਇਨਕਾਰ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਰਪਾ ਕਰਦੀ ਹੈ। ਸੋ ਇਹਦੇ ਤੋਂ ਆਪਾਂ ਇਹ ਵੀ ਦੇਖ ਸਕਦੇ ਹਾਂ ਅਸੀਂ ਕਿਰਪਾ ਵਿੱਚ ਕਿੰਨੇ % ਪਾਏ ਜਾਂਦੇ, ਸਾਡੇ ਤੇ ਕਿਰਪਾ ਹੋਈ ਵੀ ਆ ਕਿ ਨਹੀਂ, ਇਹਨਾਂ ਚੀਜ਼ਾਂ ਤੋਂ ਹੀ। ਕਿਉਂਕਿ ਵਚਨ ਜਦੋਂ ਕਿਸੇ ਗੱਲ ਲਈ ਬੋਲਦਾ ਹੈ ਨਾਲ ਦੱਸਦਾ ਵੀ ਆਹ ਚੀਜ਼ਾਂ ਹੈਗੀਆਂ, ਆਹ ਵਚਨ ਤੇਰੇ ਤੇ ਸਾਬਤ ਹੈ। ਹਾਲੇਲੂਇਆ। ਉਸ ਤੋਂ ਬਾਅਦ ਸੰਯਮ ਦੇ ਵਿੱਚ ਰਹਿੰਦੇ ਆ। ਕਾਹਦੇ ਵਿੱਚ ਰਹਿੰਦੇ ਭਲਾ? ਸੰਯਮ ਦੇ ਵਿੱਚ ਰਹਿੰਦੇ ਆ, ਕੰਟਰੋਲ ਦੇ ਵਿੱਚ ਰਹਿੰਦੇ ਆ। ਔਰ ਧਾਰਮਿਕਤਾ ਦੇ ਵਿੱਚ ਕੀ ਕਰਦੇ ਆ? ਹਾਂ, ਧਾਰਮਿਕ ਬਣਦੇ ਹਨ। ਔਰ ਉਸ ਤੋਂ ਬਾਅਦ ਭਗਤੀ ਵਿੱਚ ਜੀਵਨ ਬਿਤਾਉਂਦੇ ਆ। ਔਰ ਫਿਰ ਹਾਂ, ਇਸ ਜੀਵਨ ਵਿੱਚ ਸਹੀ ਢੰਗ ਦੇ ਨਾਲ ਕਿਰਪਾ ਕੀ ਕਰਦੀ ਆ? ਰਹਿਣਾ ਸਿਖਾਉਂਦੀ ਆ। ਔਰ ਦੂਸਰੇ ਆਗਮਨ ਜਿਹੜਾ ਆਮਦ ਆ ਪ੍ਰਭੂ ਦੀ, ਔਰ ਬੱਦਲਾਂ ਤੇ ਉਠਾਏ ਜਾਣ ਦਾ ਇੰਤਜ਼ਾਰ ਕਰਦੇ ਆ। ਪ੍ਰਭੂ ਦੀ ਦੂਸਰੀ ਆਮਦ ਬੱਦਲਾਂ ਤੇ ਜਿਹੜੀ ਹੋਣੀ ਆ, ਔਰ ਆਪਣੇ ਉਠਾਏ ਜਾਣ ਦਾ ਅਸੀਂ ਕੀ ਕਰਦੇ ਆ? ਕੌਣ? ਜਿਹਨਾਂ ਤੇ ਕਿਰਪਾ ਹੋਈ। ਹਾਲੇਲੂਇਆ, ਹਾਲੇਲੂਇਆ। ਔਰ ਜਦੋਂ ਪਰਮੇਸ਼ਰ ਵੱਲ ਕੋਈ ਮੁੜਦਾ ਹੈ, ਉਹਦੇ 'ਚ ਵੀ ਸਭ ਤੋਂ ਪਹਿਲੀ ਗੱਲ ਇਹੀ ਆ, ਜਦੋਂ ਕੋਈ ਪਰਮੇਸ਼ਰ ਵੱਲ ਪ੍ਰਭੂ ਵੱਲ ਮੁੜਦਾ ਆ ਤੇ ਉਹ ਕੀ ਹੋ ਜਾਂਦਾ ਆ? ਕਿਰਪਾ ਤੱਕ ਉਹਦੀ ਕੀ ਹੋ ਜਾਂਦੀ ਆ? ਪਹੁੰਚ ਹੋ ਜਾਂਦੀ। ਸੋ ਸਾਡੇ ਲਈ ਇਹ ਬੜੀ ਖੁਸ਼ੀ ਦੀ ਗੱਲ ਆ, ਆਨੰਦ ਦੀ ਗੱਲ ਆ ਕਿ ਸਾਡੀ ਕਿੱਥੋਂ ਤੱਕ ਪਹੁੰਚ ਹੋ ਜਾਂਦੀ ਆ? ਕਿਰਪਾ ਤੱਕ। ਸੋ ਕਿਰਪਾ ਤੱਕ ਪਹੁੰਚ ਹੋ ਜਾਂਦੀ ਜਦੋਂ ਕੋਈ ਇਨਸਾਨ ਮੁੜਦਾ ਆ। ਜੇਕਰ ਮੁੜਿਆ ਤੇ ਕਿਰਪਾ ਤੱਕ ਪਹੁੰਚ ਆ, ਫਿਰ ਤੈਨੂੰ ਘਬਰਾਉਣ ਦੀ ਲੋੜ ਹੈ ਨਹੀਂ। ਹਾਲੇਲੂਇਆ। ਸੋ ਆਓ ਅੱਜ ਅਸੀਂ ਅੱਗੇ ਵਧਦੇ ਹਾਂ ਪ੍ਰਭੂ ਦੇ ਵਚਨ 'ਚ। ਕੁਝ ਹੋਰ ਚੀਜ਼ਾਂ ਆ ਜੋ ਅਨੁਗ੍ਰਹਿ ਜਾਂ ਕਿਰਪਾ ਕਰਦੀ ਆ, ਕਿਰਪਾ ਦੁਆਰਾ ਹੁੰਦੀ ਆ। ਉਹ ਹੈਗਾ ਆ, ਲਿਖ ਲਓ, ਕੁਝ ਹੋਰ ਚੀਜ਼ਾਂ ਜੋ ਕਿਰਪਾ ਕਰਦੀ ਹੈ। ਬਸ ਇਹਨਾਂ ਲਿਖੋ। ਨੰਬਰ 1, ਸੰਸਾਰ ਤੋਂ ਬਚਾਉਂਦੀ ਆ। ਕਿਰਪਾ ਕੀ ਕਰਦੀ ਬਈ? ਕਿਉਂਕਿ ਸੰਸਾਰ ਤੋਂ ਬਚਣਾ ਕੋਈ ਛੋਟੀ ਗੱਲ ਨਹੀਂ। ਕਿਰਪਾ ਹੀ ਹੋਗੀ ਤੇ ਤੋਂ ਬਚ ਸਕਾਂਗੇ। ਉਹ ਕਿੱਦਾਂ ਆ? ਉਤਪਤੀ 6:8। ਸੰਸਾਰ ਨੂੰ ਬਚਾਉਂਦੀ ਹੈ। ਸੰਸਾਰ ਨੂੰ ਬਚਾਉਂਦੀ। ਉਤਪਤੀ 6:8। ਪਰ ਨੂਹ ਉੱਤੇ ਯਹੋਵਾ ਦੀ ਕਿਰਪਾ ਦੀ ਨਿਗਾਹ ਹੋਈ। ਹਾਂ, ਜਿਹੜਾ ਨੂਹ ਸੀਗਾ ਉਹਦੇ ਤੇ ਕੀ ਹੋਈ ਭਲਾ? ਪਰਮੇਸ਼ਰ ਦੀ ਕਿਰਪਾ ਦੀ ਨਿਗਾਹ ਹੋਈ ਤੇ ਉਹ ਸੰਸਾਰ ਤੋਂ ਕੀ ਕੀਤਾ ਗਿਆ? ਬਚਾ ਲਿਆ ਗਿਆ। ਜਾਂ ਉਹਦੇ ਕਾਰਨ ਸੰਸਾਰ ਕੀ ਕੀਤਾ ਗਿਆ ਆ? ਬਚਾਇਆ ਗਿਆ। ਸੋ ਛੋਟੀ ਗੱਲ ਹੈ ਭਾਈ, ਮੇਰੇ ਤੇ ਕਿਰਪਾ ਹੋਈ। ਖੁਦਾ ਨੇ ਕਿਹੜੇ ਕਾਰਨ ਕਿਰਪਾ ਕੀਤੀ ਆ? ਕਿ ਮੇਰੇ ਦੁਆਰਾ ਇੱਕ ਸੰਸਾਰ ਕੀ ਕੀਤਾ ਜਾਵੇ? ਸ਼ੁਰੂਆਤ ਕੀਤੀ ਜਾਵੇ, ਇੱਕ ਸੰਸਾਰ ਬਚਾ ਲਿਆ ਜਾਵੇ। ਸੋ ਨੂਹ ਦੁਆਰਾ ਬਚਾ ਲਿਆ ਗਿਆ ਉਹਦਾ ਪਰਿਵਾਰ, ਹਨ। ਔਰ ਇਫਸੀਆਂ 2 ਅਧਿਆਏ ਉਹਦੀ 8 ਤੇ 9 ਆਏ। ਇਫਸੀਆਂ 2 ਅਧਿਆਏ ਉਹਦੀ 8 ਤੇ 9 ਆਏ। ਕਿਉਂ ਜੋ ਤੁਸੀਂ ਕਿਰਪਾ ਤੋਂ ਨੇਚਾਂ ਦੇ ਰਾਹੀਂ ਹਾਂ, ਬਚਾਏ ਗਏ। ਕਿਰਪਾ ਤੋਂ ਨੇਚਾਂ ਦੇ ਰਾਹੀਂ ਬਚਾਏ ਗਏ। ਅਤੇ ਇਹ ਤੁਹਾਡੀ ਵੱਲੋਂ ਨਹੀਂ, ਤੁਹਾਡੀ ਵੱਲੋਂ ਨਹੀਂ, ਇਹ ਪਰਮੇਸ਼ਰ ਦੀ ਬਖਸ਼ਿਸ਼ ਹੈ। ਹਾਂ, ਇਹ ਕਰਨੀਆਂ ਤੋਂ ਨਹੀਂ, ਕਰਨੀਆਂ ਤੋਂ ਵੀ ਨਹੀਂ। ਅਜਿਹਾ ਨਾ ਹੋਵੇ ਹਾਂ। ਭਈ ਕੋਈ ਕਮਾਂਡ ਕਰੇ। ਹਾਂ, ਕਮਾਂਡ ਕਰੇ। ਕਰਨੀਆਂ ਤੋਂ ਨਹੀਂ। ਸਾਡੀ ਕਰਨੀ, ਸਾਡੇ ਕੰਮ, ਸਾਡੇ ਗਿਆਨ, ਸਾਡੀ ਭਗਤੀ, ਸਾਡੇ ਜਪ ਤਪ ਤੋਂ ਨਹੀਂ। ਕੋਈ ਕਹੇ ਵੀ ਮੈਂ ਜਪ ਤਪ ਕੀਤਾ ਸੀ, ਮੈਂ ਕੁਝ ਕਰਨੀਆਂ ਕੀਤੀਆਂ ਸੀ, ਕੁਝ ਨੇਕ ਕੰਮ ਕੀਤੇ ਸੀ ਤੇ ਮੈਂ ਬਚਾਇਆ ਗਿਆ। ਬਣਦਾ ਸੀ ਕਰਮਾਂ ਤੋਂ ਨਹੀਂ, ਕਿਰਪਾ ਤੋਂ ਆ। ਕਾਹਦੇ ਤੋਂ ਆ? ਕਿਰਪਾ ਤੋਂ। ਪਰਮੇਸ਼ਰ ਦੀ ਕਿਰਪਾ ਮੇਰੇ ਤੇ ਹੋਈ। ਮੈਂ ਕੰਮਾਂ ਦੇ ਕਾਰਨ ਨਹੀਂ। ਮੈਂ ਜਦੋਂ ਆਪਣੇ ਪਰਮੇਸ਼ਰ ਦੇ ਅੱਗੇ ਆਪਣੇ ਪਾਪ ਨੂੰ ਮੰਨ ਲਿਆ ਤੇ ਪਰਮੇਸ਼ਰ ਦੀ ਕਿਰਪਾ ਮੇਰੇ ਉੱਤੇ ਹੋ ਗਈ। ਹਾਲੇਲੂਇਆ। ਲੋਕ ਅੱਜ ਪਾਪ ਮੰਨਣਾ ਨਹੀਂ ਚਾਹੁੰਦੇ। ਕੋਈ ਜਪ ਤਪ ਕਰਕੇ, ਰੀਤੀ ਨੀਤੀ ਸਿੱਧੀ ਕਰਕੇ, ਕੋਈ ਨਵਾਂ ਹੀ ਧਰਮ ਖੜਾ ਕਰਕੇ ਬਚਣਾ ਚਾਹੁੰਦੇ ਆ। ਪਰ ਬਾਣੀ ਦੱਸਦੀ ਇਦਾਂ ਕੋਈ ਬਚਾਇਆ ਜਾ ਸਕਦਾ ਨਹੀਂ। ਕਿਰਪਾ ਤੋਂ ਬਚਾਇਆ ਜਾਣਾ। ਕਿਰਪਾ ਕਿਹਦੇ ਤੇ ਹੁੰਦੀ ਆ? ਜਿਹੜਾ ਮੰਨ ਲੈਂਦਾ ਆ। ਹਾਲੇਲੂਇਆ। ਕਿ ਮੈਂ ਕੀ ਆ? ਪਾਪੀ। ਪਰ ਵਚਨ ਚਲ ਗਿਆ, ਜਿਹੜਾ ਨਹੀਂ ਮੰਨਦਾ ਉਹਦੇ ਤੇ ਸਜ਼ਾ ਦਾ ਹੁਕਮ ਕੀਤਾ ਜਾਂਦਾ। ਜਿਹੜਾ ਮੰਨ ਲੈਂਦਾ ਉਹਦੇ ਤੇ ਕਿਰਪਾ ਹੁੰਦੀ। ਸੋ ਆ ਜਾਓ ਦੂਸਰੀ ਗੱਲ, ਸਾਰੀਆਂ ਚੰਗੀਆਂ ਵਸਤੂਆਂ ਪ੍ਰਾਪਤ ਹੁੰਦੀਆਂ ਹਨ।
ਕਿੰਨੀਆਂ ਚੰਗੀਆਂ ਵਸਤਾਂ ਆਪਾਂ ਚਾਹੀਦੀ ਕਿਸੇ ਨੂੰ ਚੰਗੀ ਵਸਤੂ ਬਈ? ਹਾਂ ਬਈ, ਚੰਗੀ ਵਸਤੂ ਚਾਹੀਦੀ ਕਿਸੇ ਨੂੰ? ਹਾਂਜੀ, ਚੰਗੀ ਵਸਤੂ ਚਾਹੀਦੀ ਆ। ਪਰ ਇਹਦੇ ਚ ਕੀ ਲਿਖਿਆ? ਕਿੰਨੀਆਂ ਵਸਤਾਂ ਦਿੰਦਾ ਵੀ ਚੰਗੀਆਂ? ਤੁਸੀਂ ਕਿਤੇ ਇੱਕ ਨੂੰ ਤਰਸਣ ਨਹੀਂ ਆ। ਪ੍ਰਭੂ ਕੀ ਕਹਿੰਦਾ ਆ? ਕਿੰਨੀਆਂ ਵਸਤਾਂ ਦਊਗਾ ਚੰਗੀਆਂ? ਸਾਰੀਆਂ ਹੀ। ਉਹਦੇ ਲਈ ਪੜ੍ਹ ਲਓ ਜ਼ਬੂਰ 84:11। ਜ਼ਬੂਰ 84:11। क्योंकि यहोवा परमेश्वर सूर्य और ढाल है। हाँ, यहोवा अनुग्रह करेगा और महिमा देगा। हाँ। और जो लोग खरी चाल चलते हैं उनसे वह कोई अच्छी वस्तु रख न छोड़ेगा। ਹਾਲੇਲੂਇਆ। ਹੁਣ ਕਿਰਪਾ ਤੱਕ ਤਾਂ ਪਹੁੰਚ ਹੋ ਗਈ ਆ, ਤੇ ਚਾਲ ਕਿਦਾਂ ਦੀ ਰੱਖਣੀ ਪੈਣੀ ਬਈ? ਖਰੀ ਰੱਖਣੀ ਪੈਣੀ। ਹਾਲੇਲੂਇਆ, ਹਾਲੇਲੂਇਆ। ਕਈ ਕਹਿੰਦੇ ਹੁੰਦੇ ਨਾ ਸਾਡੀ ਮੰਤਰੀ ਤੱਕ, ਐਮਐਲਏ ਤੱਕ ਪਹੁੰਚਿਆ, ਹਨਾ, ਤੇ ਬਾਅਦ ਚ ਪੁੱਠਾ ਕੰਮ ਕਰਦੇ ਫੜੇ ਜਾਂਦੇ ਆ, ਤੇ ਐਮਐਲਏ ਪਿੱਛਾ ਕਰਦੇ। ਉਹਨਾਂ ਨੂੰ ਕਹਿੰਦਾ ਭਰਾ ਇਹ ਤਾਂ ਮੇਰੀ ਵੀ ਬਦਨਾਮੀ ਹੈ ਜੇ ਇਸ ਬੰਦੇ ਦਾ ਪਿੱਛਾ ਕਰਾਂਗੇ। ਸੋ ਪਰਮੇਸ਼ਰ ਦੀ ਕਿਰਪਾ ਤੱਕ ਜੇ ਪਹੁੰਚ ਹੋਈ ਆ ਤੇ ਚਾਲ ਕਿਹੜੀ ਚੱਲਣੀ ਪੈਣੀ ਭਲਾ? ਖਰੀ ਚੱਲਣੀ ਪੈਣੀ ਆ। ਖਰੀ ਚਾਲ ਨਹੀਂ ਚੱਲੋਗੇ ਤੇ ਕਿਰਪਾ ਤੱਕ ਪਹੁੰਚ ਦਾ ਵੀ ਕੋਈ ਫਾਇਦਾ ਭਲੇ ਪਈ ਪਹਿਲੀ ਵੀ। ਇਹਦੇ ਵਿੱਚ ਵੀ ਸ਼ਰਤ ਕਿਹੜੀ ਆ ਗਈ ਆ? ਕੀ ਕਰਨਾ ਪੈਣਾ ਹੈ? ਖਰੀ ਚਾਲ ਚੱਲਣੀ ਪੈਣੀ। ਕਿਰਪਾ ਤੱਕ ਪਹੁੰਚਿਆ, ਚਾਲ ਖਰੀ ਚੱਲੋ, ਕਿਸੇ ਵੀ ਚੰਗੀ ਚੀਜ਼ ਤੋਂ ਪਰਮੇਸ਼ਰ ਤੁਹਾਨੂੰ ਵਾਂਝਿਆ ਰੱਖੂਗਾ ਨਹੀਂ। ਹਰ ਚੰਗੀ ਵਸਤ ਸਾਨੂੰ ਕੀ ਕੀਤੀ ਜਾਊਗੀ? ਦੇ ਦਿੱਤੀ ਜਾਊਗੀ। ਹਾਲੇਲੂਇਆ, ਹਾਲੇਲੂਇਆ। ਕਿੱਦਾਂ ਕਰੀਏ? ਹੁਣ ਇੱਕ ਬਾਬਾ ਜਿਹੜਾ ਫੜਿਆ ਗਿਆ, ਅੰਦਰ ਹੋ ਗਿਆ, 7 ਕਰੋੜ ਉਹਦੇ ਸੀਗੇ ਲੱਗੇ ਹੋਏ ਪਿੱਛੇ, ਨਾਮ ਪਤਾ ਤਾਂ ਤੁਹਾਨੂੰ ਕਿਸੇ ਨੂੰ? ਰਾਮ ਰਹੀਮ ਫੜਿਆ ਗਿਆ। ਇੱਕ ਟਾਈਮ ਤੇ ਸਾਰੇ ਮੰਤਰੀ ਸੰਤਰੀ ਉਹਦੇ ਕੋਲ ਕੀ ਕਰਦੇ ਸੀਗੇ? ਆ ਕੇ ਝੁਕਦੇ ਸੀਗੇ। ਪਰ ਜਦੋਂ ਬਾਬਾ ਫੜਿਆ ਗਿਆ ਤੇ ਉਦੋਂ ਫਿਰ ਕਿਸੇ ਨੇ ਪਿੱਛਾ ਕੀਤਾ? ਪਿੱਛਾ ਨਹੀਂ ਕੀਤਾ। ਹਾਲੇਲੂਇਆ। ਉਦਾਂ ਬਾਬਾ ਆਪਣੇ 7 ਕਰੋੜ ਲੋਕਾਂ ਨੂੰ ਕਹਿੰਦਾ ਕੋਈ ਘਬਰਾਉਣ ਦੀ ਗੱਲ ਨਹੀਂ, ਪ੍ਰਧਾਨ ਮੰਤਰੀ ਤੱਕ ਵੀ ਮੇਰੀ ਕੀ ਹੈ ਭਲਾ? ਪ੍ਰਧਾਨ ਮੰਤਰੀ ਨੇ ਕੋਈ ਬਿਆਨ ਵੀ ਦਿੱਤਾ? ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸੋ ਬਾਦਲ ਹੋਣੀ, ਬਾਦਲ ਜਿਹੜੇ ਪ੍ਰਕਾਸ਼ ਸਿੰਘ ਬਾਦਲ, ਇਹ ਉਹਦੇ ਚਰਨਾਂ 'ਚ ਜਾ ਕੇ ਝੁਕਦੇ ਸੀਗੇ। ਇਹਨਾਂ ਨੇ ਵੀ ਕਿਸੇ ਨੇ ਪਿੱਛਾ ਕੀਤਾ? ਸੋ ਇਹਦਾ ਮਤਲਬ ਨਾ ਪਰਮੇਸ਼ਰ ਦੇ ਦੂਤ, ਨਾ ਸਵਰਗ ਦੀ ਕੋਈ ਚੀਜ਼ ਉਸ ਟਾਈਮ ਸਾਡੇ ਸਪੋਰਟ ਕਰੂਗੀ ਜਦੋਂ ਅਸੀਂ ਚਾਲ ਚੰਗੀ ਨਹੀਂ ਚੱਲਾਂਗੇ। ਚਾਲ ਚੰਗੀ ਕਰਾਂਗੇ, ਪਰਮੇਸ਼ਰ ਵੀ, ਉਹਦੇ ਦੂਤ ਵੀ, ਪੂਰਾ ਸਵਰਗ ਸਾਡੇ ਨਾਲ ਕੀ ਕਰੂਗਾ? ਖੜਾ ਹੋਊਗਾ। ਜਿੱਥੇ ਹੋ ਜਾਵਾਂਗੇ ਉੱਥੇ ਹੀ ਆਸ਼ੀਸ਼ ਮਿਲੂਗੀ। ਅੱਜ ਮੈਂ ਦੇਖ ਰਿਹਾ ਸੀ ਇੱਕ ਪੋਸਟ ਆਈ, ਉਹਦੇ ਚੋਂ ਕਹਿ ਰਹੇ ਸੀ ਕਿਸੇ ਦੇ ਪੈਰਾਂ ਦੀ ਮਿੱਟੀ ਚੱਕ ਲਓ ਨਾ ਤੇ ਜੋ ਮਰਜ਼ੀ ਉੱਤੇ ਕਰ ਦਿਓ। ਦੇਖ ਲਓ ਸਾਡੇ ਪੈਰਾਂ ਤਲੀ ਮਿੱਟੀ ਦਾ ਕੀ ਹਿਸਾਬ ਕਿਤਾਬ ਹੈਗਾ, ਹੈਨਾ? ਮਿੱਟੀ ਪੈਰਾਂ ਦੀ ਚੱਕ ਲਓ। ਕਿਆ ਬਾਤਾਂ ਬਈ, ਕੋਈ ਸਮਝ ਆਈ ਗੱਲ? ਸਾਡੇ ਜਿੱਥੇ ਪੈਰ ਪੈਂਦੇ ਆ, ਮਤਲਬ ਜਿੱਥੇ ਤੇਰੇ ਪੈਰ ਪਾਉਣਗੇ ਉਹ ਜਗ੍ਹਾ ਕੀ ਹੋ ਜੂਗੀ? ਪਵਿੱਤਰ ਹੋ ਜਾਊ, ਮੁਬਾਰਕ ਹੋ ਜਾਊਗੀ। ਜਿੱਥੋਂ ਤੱਕ ਤੇਰੇ ਪੈਰ ਜਾਣਗੇ ਸਾਰਾ ਮੈਂ ਤੈਨੂੰ ਦੇ ਦੂੰਗਾ। ਪਰ ਇੱਥੇ ਇੱਕ ਗੱਲ ਕੀ ਆਈ ਹੈ ਸਾਹਮਣੇ, ਕਹਿੰਦੇ ਆ ਵੀ ਪੈਰਾਂ ਦੀ ਮਿੱਟੀ ਚੱਕ ਲਓ ਤੇ ਉਹਦਾ ਜੋ ਮਰਜ਼ੀ ਵਿਗਾੜ ਦਿਓ। ਹਾਲੇਲੂਇਆ, ਹਾਲੇਲੂਇਆ। ਆਪਣੇ ਪੈਰਾਂ ਦੀ ਮਿੱਟੀ ਕੋਈ ਚੱਕੂਗਾ ਤੇ ਆਪਣਾ ਕੁਝ ਵਿਗਾੜ ਸਕੂਗਾ ਨਹੀਂ। ਉਲਟਾ ਉਹਦੇ ਪੈਰਾਂ ਤੋਂ ਮਿੱਟੀ ਕੀ ਹੋ ਜਾਊਗੀ? ਨਿਕਲ ਜਾਊਗੀ। ਉਹਦੇ ਪੈਰਾਂ ਦੀ ਜ਼ਮੀਨ ਕੀ ਹੋ ਜਾਊਗੀ? ਖਿਸਕ ਜਾਊਗੀ। ਹਾਲੇਲੂਇਆ, ਹਾਲੇਲੂਇਆ। ਸੋ ਕਿਰਪਾ ਤੱਕ ਪਹੁੰਚ ਹੈ ਨਾ ਸਾਡੀ, ਕਿਰਪਾ ਤੱਕ ਪਹੁੰਚ ਹੈ। ਕਿਰਪਾ ਮੇਲ ਮੁਹੱਈਆ ਕਰ ਦੇਣਾ ਉਹ ਚੀਜ਼ਾਂ ਜਿਨ੍ਹਾਂ ਦੇ ਅਸੀਂ ਲਾਇਕ ਨਹੀਂ। ਹਾਲੇਲੂਇਆ। ਪਰ ਹੁਣ ਜਦੋਂ ਅਸੀਂ ਲਾਇਕ ਨਹੀਂ ਉਹਨਾਂ ਚੀਜ਼ਾਂ ਦੇ, ਤੇ ਸਾਨੂੰ ਪ੍ਰਭੂ ਦੇ ਵਚਨ ਦੇ ਨਾਲ ਉਹਦੀ ਕਿਰਪਾ ਹੋਈ ਤੇ ਪਹੁੰਚ ਹੋ ਗਈ ਆ, ਤੇ ਸਾਨੂੰ ਸਿਰਫ ਇੱਕੋ ਹੀ ਗੱਲ ਦੱਸੀ ਗਈ ਆ ਕਿ ਖਰੀ ਚਾਲ ਚੱਲੋ ਪਈ ਹੁਣ। ਹਾਲੇਲੂਇਆ। ਤਾਂ ਕਿ ਖੁਦਾ ਖੁਸ਼ ਹੋਵੇ ਤੇ ਉਹ ਚੀਜ਼ਾਂ ਤੁਹਾਡੇ ਵੱਲ ਆਉਂਦੀਆਂ ਜਾਣ ਤੇ ਤੁਸੀਂ ਦੁਨੀਆ 'ਚ ਖੜੇ ਹੋ ਕੇ ਕਹਿ ਸਕੋ ਮੈਂ ਇਸ ਚੀਜ਼ ਦੇ ਲਾਇਕ ਨਹੀਂ। ਹਾਲੇਲੂਇਆ, ਹਾਲੇਲੂਇਆ। ਵਚਨ 'ਚ ਲਿਖਿਆ ਵੋਟੀ ਵੀ ਕਈਆਂ ਨੂੰ ਮਿਲਦੀ ਆ ਚੰਗੀ, ਜਿਹਦੇ ਤੇ ਕਿਰਪਾ ਹੋਈ ਆ। ਕਹਿੰਦਾ ਜਿਹਦੇ ਤੇ ਕਿਰਪਾ ਹੋਈ ਆ ਉਹਨੂੰ ਵੋਟੀ ਵੀ ਕਿਦਾਂ ਦੀ ਮਿਲਦੀ ਆ?
ਜ਼ਿਆਦਾ ਭੈਣਾਂ ਬੈਠੀਆਂ ਭਾਈਓ ਭਾਈਓ ਜਿਨ੍ਹਾਂ ਤੇ ਕਿਰਪਾ ਹੋਈ ਆ ਉਹਨਾਂ ਨੂੰ ਵੋਟੀ ਕਿਦਾਂ ਨਹੀਂ ਮਿਲਦੀ ਆ ਚੰਗੀ ਮਿਲਦੀ ਆ ਨਹੀਂ ਤਾਂ ਵੋਟੀ ਐਸੀ ਮੱਤ ਮਾਰਦੀ ਹੈ ਨਾ ਐਸੀ ਮੱਤ ਮਾਰਦੀ ਕਿ ਭੰਬੀਰੀਆਂ ਘੁਮਾ ਦਿੰਦੀ ਆ ਇਸ ਲਈ ਤੁਸੀਂ ਆਪਣੀ ਵੋਟੀ ਨੂੰ ਸਹੀ ਰੱਖਣਾ ਚਾਹੁੰਦੇ ਜਾਂ ਵੋਟੀ ਤੋਂ ਸਹੀ ਲੈਣਾ ਚਾਹੁੰਦੇ ਨਾ ਆਸ਼ੀਸ਼ ਵੋਟੀ ਕੋਲੋਂ ਤੇ ਕਿਰਪਾ ਦੇ ਕੀ ਹੋ ਜਾ ਭਲਾ ਕਿਰਪਾ ਤੱਕ ਪਹੁੰਚ ਕਰ ਲਓ ਹੋਰ ਕਿਸੇ ਤੱਕ ਵੀ ਪਹੁੰਚ ਕਰ ਲਓ ਵੋਟੀ ਦੀ ਚੱਲਣੀ ਆ ਪ੍ਰਧਾਨ ਮੰਤਰੀ ਨੂੰ ਵੀ ਕਹਿ ਦੋ ਨਾ ਜਾ ਕੇ ਆ ਬੜੀ ਤੰਗ ਕਰਦੀ ਨਾ ਭਾਈ ਇਹਦਾ ਨਹੀਂ ਅਸੀਂ ਮੁਕਾਬਲਾ ਕਰ ਸਕਦੇ ਹਾਲੇਲੂਇਆ ਹਾਲੇਲੂਇਆ ਕੋਈ ਡੀਸੀ ਲਾ ਲਓ ਡੀਐਸਪੀ ਲਾ ਲਓ ਡੀਆਈਜੀ ਲਾ ਲਓ ਕੁਝ ਵੀ ਲਾ ਲਓ ਘਰ ਚ ਉਹਦੀ ਹਾਲਤ ਘਰ ਵਾਲੀ ਸਾਹਮਣੇ ਕਿਦਾਂ ਦੀ ਆ ਕਿੱਡੇ ਉਹਦੇ ਤੱਕ ਪਹੁੰਚ ਹੋ ਗਈ ਪਰ ਘਰ ਵਾਲੀ ਨੇ ਕੀ ਕੀਤਾ ਆ ਥੱਲੇ ਲਾ ਕੇ ਰੱਖਿਆ ਪਿਆ ਹਾਲੇਲੂਇਆ ਹਾਲੇਲੂਇਆ ਸੋ ਜੇ ਅਸੀਂ ਘਰ ਵਾਲੀਆਂ ਦੇ ਥੱਲੇ ਨਹੀਂ ਲੱਗਣਾ ਚਾਹੁੰਦੇ ਤੇ ਕੀ ਕਰ ਲਓ ਭਲਾ ਹੁਣ ਘਰ ਵਾਲੀਆਂ ਨੂੰ ਭੰਨਣਾ ਸ਼ੁਰੂ ਨਾ ਕਰ ਦੋ ਕੀ ਕਰ ਲਓ ਭਲਾ ਕਿਰਪਾ ਤੱਕ ਪਹੁੰਚ ਕਰ ਲਓ ਕਿ ਤੱਕ ਪਹੁੰਚ ਕਰ ਲਓ ਬਈ ਕਿਰਪਾ ਤੱਕ ਇਹਦੇ ਲਈ ਘਰ ਵਾਲੀਆਂ ਲਈ ਕੋਈ ਵਚਨ ਹੈ ਨਹੀਂਗਾ ਹਾਲੇਲੂਇਆ ਸੋ ਜੇਕਰ ਤੁਹਾਡੇ ਪਤੀ ਤੇ ਪਹੁੰਚ ਹੋਗੀ ਕਿਰਪਾ ਦੀ ਤੇ ਤੁਹਾਡੇ ਤੇ ਉਦਾਂ ਹੀ ਹੋ ਜਾਣੀ ਹੈ ਹਾਲੇਲੂਇਆ ਤੁਹਾਡੇ ਲਈ ਤੁਹਾਡਾ ਪਤੀ ਕੀ ਬਣ ਜਾਣਾ ਸ਼ੋਭਾ ਮਾਨ ਮੁਕਟ ਬਣ ਜਾਣਾ ਹੈ ਹਾਲੇਲੂਇਆ ਆ ਜਾਓ ਮਨੁੱਖਾਂ ਨੂੰ ਤੌਬਾ ਵੱਲ ਲੈ ਕੇ ਆਉਂਦੀ ਹੈ ਤੀਜੀ ਗੱਲ ਕੀ ਲੈ ਕੇ ਆਉਂਦੀ ਹੈ ਬਈ ਮਨੁੱਖਾਂ ਨੂੰ ਤੌਬਾ ਵੱਲ ਲੈ ਕੇ ਆਉਂਦੀ ਹੈ ਕਿਰਪਾ ਦੀਆਂ ਕੁਝ ਗੱਲਾਂ ਨੂੰ ਆਪਾਂ ਦੇਖ ਰਹੇ ਹਾਂ ਕਿਰਪਾ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਰਾ ਸੰਸਾਰ ਸ਼ੈਤਾਨ ਦੇ ਵਸ ਦੇ ਵਿੱਚ ਹੈ ਔਰ ਪਰਮੇਸ਼ਰ ਦੀ ਕਿਰਪਾ ਤੋਂ ਰਹਿਤ ਹੈ ਔਰ ਪਰਮੇਸ਼ਰ ਦੀ ਕਿਰਪਾ ਉਹਦੇ ਤੇ ਹੁੰਦੀ ਆ ਜਿਹੜਾ ਪਰਮੇਸ਼ਰ ਵੱਲ ਨੂੰ ਮੁੜ ਪੈਂਦਾ ਹਾਲੇਲੂਇਆ ਬਾਕੀ ਕਿਰਪਾ ਤੋਂ ਵਾਂਝੇ ਆ ਔਰ ਜਦੋਂ ਕੋਈ ਕਿਰਪਾ ਤੋਂ ਰਹਿਤ ਹੈ ਸਮਝ ਲਓ ਜੀਵਨ ਤੋਂ ਵੀ ਰਹਿਤ ਪਰਮੇਸ਼ਰ ਦੀ ਸੰਤਾਨ ਤੋਂ ਵੀ ਰਹਿਤ ਆ ਵਾਰਿਸ ਬਣ ਤੋਂ ਵੀ ਕੀਆ ਰਹਿਤ ਆ ਮੁਕਤੀ ਤੋਂ ਵੀ ਕੀਆ ਰਹਿਤ ਆ ਸ਼ੁਰੂਆਤ ਕਿੱਥੋਂ ਆ ਕਿਰਪਾ ਹਾਲੇਲੂਇਆ ਇਸੇ ਲਈ ਦਾਊਦ ਆਪਣੀ ਬੇਨਤੀ ਵਿੱਚ ਵੀ ਕਰਦਾ ਹੈ ਪਰਮੇਸ਼ਰ ਆਪਣੀ ਕਿਰਪਾ ਦੀ ਰੇਲ ਪੇਲ ਅਨੁਸਾਰ ਮੇਰੇ ਪਾਪ ਮਾਫ ਕਰ ਦੇ ਹਾਲੇਲੂਇਆ ਹਾਲੇਲੂਇਆ ਇੱਥੋਂ ਸ਼ੁਰੂਆਤ ਹੈ ਆਜੋ ਕੀ ਕਰਦੀ ਆ ਬਈ ਤੀਸਰੀ ਗੱਲ ਮਨੁੱਖਾਂ ਨੂੰ ਤੌਬਾ ਵੱਲ ਲੈ ਕੇ ਆਉਂਦੀ ਆ ਜ਼ਕਰਿਆ 12:10 ਮੈਂ ਦਾਊਦ ਦੇ ਘਰਾਣੇ ਉੱਤੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਬੇਨਤੀ ਦਾ ਆਤਮਾ ਵਹਾਵਾਂਗਾ ਅਤੇ ਉਹ ਮੇਰੀ ਵੱਲ ਜਿਸ ਨੂੰ ਉਹਨਾਂ ਨੇ ਵਿੰਨਿਆ ਸੀ ਤੱਕਣਗੇ ਅਤੇ ਉਸ ਦੇ ਲਈ ਸੋਗ ਕਰਨਗੇ ਜਿਵੇਂ ਕੋਈ ਆਪਣੇ ਇਕਲੌਤੇ ਲਈ ਸੋਗ ਕਰਦਾ ਹੈ ਅਤੇ ਉਹ ਉਸ ਦੇ ਲਈ ਵਿਲਕਣਗੇ ਜਿਵੇਂ ਕੋਈ ਆਪਣੇ ਪਲੋਠੇ ਲਈ ਵਿਲਕਦਾ ਹੈ ਸਮਝੇ ਗੱਲ ਉੱਪਰਲੀ ਲਾਈਨ ਇੱਕ ਵਾਰੀ ਫਿਰ ਦੁਬਾਰਾ ਪੜ੍ਹ ਦੋ ਮੈਂ ਦਾਊਦ ਦੇ ਘਰਾਣੇ ਉੱਤੇ ਅਤੇ ਯਰੂਸ਼ਲਮ ਦੇ ਵਾਸੀਆਂ ਉੱਤੇ ਕਿਰਪਾ ਅਤੇ ਕੀ ਕਿਰਪਾ ਅਤੇ ਕਿਹਨਾਂ ਦੇ ਘਰਾਣੇ ਉੱਤੇ ਦਾਊਦ ਦੇ ਘਰਾਣੇ ਔਰ ਯਰੂਸ਼ਲਮ ਦੇ ਉੱਤੇ ਕੀ ਕਰੂੰਗਾ ਭਲਾ ਕਿਰਪਾ ਅਤੇ ਬੇਨਤੀ ਦਾ ਆਤਮਾ ਵਹਾਵਾਂਗਾ ਹਾਲੇਲੂਇਆ ਇਹਦਾ ਮਤਲਬ ਪਵਿੱਤਰ ਆਤਮਾ ਆ ਔਰ ਨਾਲ ਇਹਦੇ ਵਿੱਚ ਇੱਕ ਇਹਦੀ ਕੁਆਲਿਟੀ ਹੋਰ ਕੀ ਆ ਕਿਰਪਾ ਦਾ ਆਤਮਾ ਹੈ ਮੇਰੇ ਅੰਦਰ ਆਏ ਹੋਏ ਪਵਿੱਤਰ ਆਤਮਾ ਦੇ ਵਿੱਚੋਂ ਇੱਕ ਕਿਰਨ ਨਿਕਲਣੀ ਆ ਜਾਂ ਇੱਕ ਲਹਿਰ ਨਿਕਲਣੀ ਆ ਉਹ ਕਿਹੜੀ ਆ ਕਿਰਪਾ ਦੀ ਹਾਲੇਲੂਇਆ ਪਰਮੇਸ਼ਰ ਚਾਹੁੰਦਾ ਆ ਕਿ ਸਾਡੇ ਵਿੱਚੋਂ ਉਹ ਕਿਰਪਾ ਦਾ ਆਤਮਾ ਕੀ ਕੀਤਾ ਜਾਵੇ ਸਾਡੇ ਤੇ ਬਹਾ ਦਿੱਤਾ ਜਾਵੇ ਹਾਲੇਲੂਇਆ ਹਾਲੇਲੂਇਆ ਸੋ ਜਦੋਂ ਕਿਰਪਾ ਦਾ ਆਤਮਾ ਬਹਿਣਾ ਪਰਮੇਸ਼ਰ ਦਾ ਸ਼ੁਰੂ ਹੁੰਦਾ ਇਨਸਾਨ ਥੱਲੇ ਟੁੱਟਣਾ ਸ਼ੁਰੂ ਹਾਲੇਲੂਇਆ ਉਹਦਾ ਜਿਹੜਾ ਸਖਤ ਮਨ ਹੈ ਟੁੱਟਣਾ ਸ਼ੁਰੂ ਹੋ ਜਾਂਦਾ ਅੱਖਾਂ ਰੇ ਪਾਣੀ ਆਉਣਾ ਸਮਝ ਲਓ ਦਿਲ ਟੁੱਟ ਗਿਆ ਹਾਲੇਲੂਇਆ ਅੱਖਾਂ ਰੇ ਪਾਣੀ ਆ ਗਿਆ ਰੱਬ ਦੀ ਸੁਣ ਕੇ ਉਹਦੇ ਪਿਆਰ ਦੇ ਬਾਰੇ ਸੁਣ ਕੇ ਆਪਣੀ ਹਾਲਤ ਵੱਲ ਦੇਖ ਕੇ ਔਰ ਪਰਮੇਸ਼ਰ ਦੇ ਪੁੱਤਰ ਦੀ ਕੁਰਬਾਨੀ ਵੱਲ ਦੇਖ ਕੇ ਜਦੋਂ ਟੁੱਟ ਗਏ ਆ ਸਮਝ ਲਓ ਕੀ ਬਹਿ ਰਿਹਾ ਸਾਡੇ ਤੇ
ਕਿਰਪਾ ਦਾ ਆਤਮਾ। ਹਾਲੇਲੂਇਆ। ਸੋ ਇੱਥੇ ਬੈਠਾ ਸਾਡੇ ਮਨ ਕਿੱਦਾਂ ਦਾ ਹੋਣਾ ਚਾਹੀਦਾ ਆ? ਪ੍ਰਭੂ ਕਿਹੜਾ ਆਤਮਾ ਬਹਿ? ਕਿਰਪਾ ਦਾ ਆਤਮਾ। ਹਾਲੇਲੂਇਆ। ਇਹ ਪ੍ਰਭੂ ਮੇਰੇ ਤੇ ਕੀ ਬਹਿ ਜਵੇ? ਕਿਰਪਾ ਦਾ ਆਤਮਾ, ਤਾਂ ਕਿ ਮੈਂ ਟੁੱਟ ਜਾਵਾਂ। ਹਾਲੇਲੂਇਆ। ਔਰ ਮੈਂ ਨਵਾਂ ਨਵਾਂ ਹੋ ਜਾਵਾਂ, ਮੇਰੇ ਵਿਚਾਰ ਨਵੇਂ ਹੋ ਜਾਏ, ਮੇਰਾ ਚਾਲ ਚੱਲਣ ਨਵਾਂ ਹੋ ਜਾਏ। ਹਾਲੇਲੂਇਆ। ਹਾਲੇਲੂਇਆ। ਸੋ ਪਤਨੀਆਂ ਦੇ ਬਾਰੇ ਇੱਕ ਗੱਲ ਕਹਿਣੀ ਮੈਂ ਭੁੱਲ ਗਿਆ। ਪਿਛਲੇ ਦਿਨਾਂ 'ਚ ਮੈਂ ਇੱਕ ਦੇਖਿਆ ਸੀ ਪੋਸਟ, ਪਤਨੀਆਂ ਨੂੰ ਵੀ ਹੌਸਲਾ ਹੋਣਾ ਚਾਹੀਦਾ। ਇੱਕ ਪੋਸਟ ਲਿਖੀ ਸੀ ਤੇ ਉਹਦੇ ਵਿੱਚ ਦੇਖਿਆ ਸੀਗਾ ਵੀ ਕਿਸੇ ਨਾ ਪਿੰਡ ਦੇ ਇਹਦਾ ਮੇਨ ਥਾਂ ਤੇ ਨਾ ਇੱਕ ਦਰਖਤ ਦੇ ਨਾਲ ਉਹਨੇ ਬੋਰਡ ਲਾਇਆ ਹੋਇਆ ਸੀਗਾ ਬਈ ਕਿਰਪਾ ਕਰਕੇ ਜਿਹੜੀਆਂ ਮਾਵਾਂ ਹੈ ਨਾ ਉਹ ਆਪਣੀਆਂ ਧੀਆਂ ਨਾਲ ਫੋਨ ਤੇ ਗੱਲਾਂ ਕਰਨੀਆਂ ਬੰਦ ਕਰ ਦੇਣ, ਆਪਣੀ ਧੀ ਦਾ ਘਰ ਖਰਾਬ ਨਾ ਕਰਨ। ਥੱਲੇ ਉਹਨਾਂ ਨੇ ਲਿਖਿਆ ਸੀਗਾ ਸਰਪੰਚ ਵੱਲੋਂ ਇਹ ਖਾਸ ਹਦਾਇਤ ਆ ਕਿ ਆਪਣੀਆਂ ਧੀਆਂ ਦਾ ਘਰ ਖਰਾਬ ਨਾ ਕਰੋ। ਫੋਨ ਦੇ ਨਾਲ ਕੀ ਹੋ ਜਾਂਦਾ ਵੀ? ਘਰ ਖਰਾਬ ਹੋ ਜਾਂਦਾ। ਕਿੱਦਾਂ ਹੋ ਜਾਂਦਾ ਵੀ ਭਾਈ ਘਰ ਖਰਾਬ? ਹੁਣ ਇੱਥੇ ਧੀਆਂ ਨੂੰ ਵੀ ਗੁੱਸਾ ਲੱਗਣਾ, ਮਾਵਾਂ ਨੂੰ ਵੀ ਗੁੱਸਾ ਲੱਗਣਾ, ਪਰ ਮੈਂ ਥੋੜੀ ਕਹਿਣਾ, ਉਹ ਤਾਂ ਸਰਪੰਚ ਕੋਈ ਕਹਿੰਦਾ ਸੀ, ਜਾ ਕੇ ਉਹਨੂੰ ਪੁੱਛ ਲਿਓ। ਹਾਲੇਲੂਇਆ। ਪਰ ਮੈਨੂੰ ਕਿਤੇ ਕਿਤੇ ਗੱਲ ਚੰਗੀ ਲੱਗਦੀ ਆ। ਜ਼ਰੂਰ ਤੋਂ ਜ਼ਿਆਦਾ ਜਿਹੜਾ ਫੋਨ ਆ ਮਾਵਾਂ ਧੀਆਂ ਦੀਆਂ ਗੱਲਾਂ ਦਾ, ਇਹ ਘਰ ਨੂੰ ਕੀ ਕਰ ਦਿੰਦਾ ਭਲਾ? ਖਰਾਬ ਕਰ ਰਿਹਾ। ਕਿਉਂ? ਘਰਾਂ 'ਚ ਫਸਾਦ ਪੈਂਦੇ ਆ। ਘਰ ਦੇ ਵਿੱਚ ਕੁਝ ਗੱਲ ਹੋਈ ਆ, ਮੰਨ ਲਓ ਕੋਈ ਗੱਲ ਘਰ ਦੇ ਵਿੱਚ ਘਟਨਾ ਵਾਪਰੀ ਆ, ਠੀਕ ਹੈ ਨਾ, ਨੂੰਹ ਸੱਸ ਵਿੱਚ ਹੋ ਗਈ ਆ ਜਾਂ ਭਾਬੀ ਦੇਰ ਦੇ ਵਿੱਚ ਹੋ ਗਈ, ਕਿਸੇ 'ਚ ਵੀ ਹੋ ਗਈ, ਕੋਈ ਗੱਲ ਹੋ ਗਈ ਆ, ਠੀਕ ਹੈ ਨਾ, ਤੇ ਉਹਦੇ 'ਚ ਕਈ ਵਾਰੀ ਇਦਾਂ ਹੁੰਦਾ ਥੋੜਾ ਆਪਣਾ ਗੁਬਾਰ ਕੱਢ ਕੇ ਥੋੜੀ ਦੇਰ ਚੁੱਪ ਕਰਕੇ ਤੇ ਬਾਅਦ 'ਚ ਫਿਰ ਉਹ ਸੈੱਟ ਹੋ ਜਾਂਦੇ, ਤੇ ਉਹਦੇ ਉੱਤੇ ਹੀ ਆ ਜਾਵੇ ਫੋਨ ਮੰਮੀ ਦਾ, ਤੇ ਫਿਰ ਤੱਕ ਸਮਝ ਲਓ ਬਲਦੀ ਤੇ ਕੀ ਪਾਉਣਾ ਭਲਾ? ਤੇਲ ਪਾਉਣ ਵਾਲਾ ਕੰਮ ਹੁੰਦਾ। ਫਿਰ ਹੌਲੀ 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 ਜਿਹੜੀ ਮਾਫੀ ਦੀ ਭਾਵਨਾ ਕੀ ਜਾਂਦੀ ਆ? ਖਤਮ ਹੋ ਜਾਂਦੀ, ਤੇ ਉਹ ਮਾਂ ਦੀ ਤਾਲੀਮ ਚੱਲਣੀ ਸ਼ੁਰੂ ਹੋ ਜਾਂਦੀ, ਜਿਹਨੂੰ ਫਿਰ ਓਪਰੀ ਕਿਹਾ ਜਾਂਦਾ। ਅਸਲ ਮਾਂ ਕਿਹੜੀ ਹੁੰਦੀ? ਅਸਲ 'ਚ ਅਸਲੀ ਮਾਂ ਕਿਹੜੀ ਹੁੰਦੀ ਆ ਬਈ? ਫਿਰ ਤੁਸੀਂ ਕਹਿਣਾ ਮਾਂ ਸੱਸ ਦਾ ਮਾਂ ਦਾ ਚੁਲਤਾ, ਮੈਨੂੰ ਕੀ ਕਰਾਂ ਭਾਈ, ਮੈਨੂੰ ਬਚਨੀ ਇਦਾਂ ਦੀ ਮਿਲਦੀ। ਹਾਲੇਲੂਇਆ। ਸੋ ਕਹਿਣ ਦਾ ਮਤਲਬ ਓਪਰੀ ਮਾਂ, ਓਪਰੀ ਤਾਲੀਮ। ਜਦੋਂ ਅਸੀਂ ਜਿਹੜੇ ਘਰ 'ਚ ਆ ਗਏ ਸਦਾ ਲਈ ਉੱਥੇ ਹੀ ਆ, ਤੇ ਕਹਿੰਦੇ ਹੁੰਦੇ ਸਿਆਣੇ ਵੀ ਇੱਥੋਂ ਜਨਾਜ਼ਾ ਹੀ ਉੱਠਣਾ ਚਾਹੀਦਾ। ਇਦਾਂ ਹੀ ਹੈ ਨਾ, ਇੱਥੋਂ ਹੀ ਮੇਰਾ ਜਨਾਜ਼ਾ ਉੱਠੇ, ਮੈਂ ਕਿਸੇ ਹੋਰ ਘਰ 'ਚ ਨਾ ਚੱਲ ਜਾਵਾਂ, ਜਾਂ ਇੱਥੋਂ ਤਲਾਕ ਨਾ ਹੋ ਜਾਵੇ, ਕੁਛ ਨਾ ਇਦਾਂ ਨਾ ਹੋ ਜਾਵੇ। ਹਾਲੇਲੂਇਆ। ਤੇ ਉਹਦੇ ਲਈ ਕੀ ਕਰਨਾ ਫਿਰ? ਸਾਨੂੰ ਇਹਨਾਂ ਦਿਨਾਂ ਵਿੱਚ ਜੇ ਸਾਡੇ ਨਾਲ ਕੋਈ ਇਦਾਂ ਦੀ ਗੱਲ ਹੈਗੀ ਆ, ਤੇ ਆਪਣੇ ਘਰ ਦੀਆਂ ਗੱਲਾਂ ਨੂੰ, ਆਪਣੇ ਪਰਿਵਾਰ ਦੀਆਂ ਗੱਲਾਂ ਨੂੰ ਆਪਣੇ ਪੇਕਿਆਂ ਦੇ ਪਰਿਵਾਰ ਦੇ ਵਿੱਚ ਸ਼ੇਅਰ ਕਰਨੀਆਂ ਕੀ ਕਰ ਦਿਓ? ਬੰਦ ਕਰ ਦਿਓ। ਸਲਾਮ ਦੁਆ ਕਰੋ, ਕੋਈ ਵਚਨ ਦੀ ਗੱਲ ਆ ਉਹ ਉਹਦੇ ਨਾਲ ਕਰੋ, ਕੋਈ ਤਸੱਲੀ ਦੀ ਗੱਲ ਆ ਉਹ ਉਹਨਾਂ ਨਾਲ ਕਰੋ, ਤੇ ਐਵੇਂ ਇਦਾਂ ਦਾ ਪ੍ਰੋਗਰਾਮ ਕਰਕੇ ਆਪਣੇ ਘਰਾਂ ਨੂੰ ਨਾ ਉਜਾੜੋ। ਹਾਲੇਲੂਇਆ। ਹਾਲੇਲੂਇਆ। ਸੋ ਇਹ ਚੀਜ਼ ਵੀ ਸਾਡੇ ਵਿੱਚ ਕਿਰਪਾ ਨੂੰ ਕੀ ਕਰ ਸਕਦੀ ਆ? ਜਿਹੜੀ ਸਾਡੀ ਕਿਰਪਾ ਤੱਕ ਪਹੁੰਚ ਹੋਈ ਆ ਉਹਨੂੰ ਟਿਕਾਊ ਰੱਖ ਸਕਦੀ ਆ। ਨਹੀਂ ਤਾਂ ਅਸੀਂ ਮੂਰਖਤਾ ਦੇ ਵਿੱਚ ਆਵਾਂਗੇ, ਤੇ ਫਿਰ ਅਸੀਂ ਉਹਨਾਂ ਆਸ਼ੀਸ਼ਾਂ ਤੋਂ ਵਾਂਝੇ ਰਵਾਂਗੇ ਜਿਹੜੀਆਂ ਖੁਦਾ ਸਾਨੂੰ ਦੇਣੀਆਂ ਚਾਹੁੰਦਾ ਹੈ। ਹਾਂਜੀ ਹਾਂਜੀ। ਕਿਰਪਾ ਦਾ ਆਤਮਾ ਉਹਨਾਂ ਤੇ ਕੀ ਕਰ ਦੂੰਗਾ ਵੀ? ਬਹਾ ਦੂੰਗਾ। ਚੌਥੀ ਗੱਲ, ਵੱਡੀਆਂ ਵੱਡੀਆਂ ਬਰਕਤਾਂ ਮਿਲਦੀਆਂ ਹਨ। ਕਿਰਪਾ ਦੇ ਦੁਆਰਾ ਕੀ ਹੁੰਦੀਆਂ ਆ? ਵੱਡੀਆਂ ਵੱਡੀਆਂ ਬਰਕਤਾਂ ਮਿਲਦੀਆਂ। ਔਰ ਇੱਕ ਹੋਰ ਗੱਲ, ਤੁਸੀਂ ਪਿਛਲੇ ਸਮਿਆਂ ਦੇ ਵਿੱਚ ਦੇਖਿਆ ਹੋਣਾ ਆ ਵੀ ਆਪਣਾ ਇੱਕ ਸੀਰੀਅਲ ਬਣਿਆ ਸੀਗਾ ਬਾਈਬਲ ਕੀ ਕਹਾਣੀਆਂ, ਕਾਫੀ ਦੇਰ ਪਹਿਲਾਂ ਬਣਿਆ ਸੀਗਾ ਬਾਈਬਲ ਕੀ ਕਹਾਣੀਆਂ। ਉੱਥੇ ਅਬਰਾਹਮ ਦੀ ਵਾਰਤਾ ਤੇ ਆ ਕੇ ਉਹਨਾਂ ਨੇ ਖਤਮ ਕਰਤਾ ਸੀ। ਆਦਮ ਤੋਂ ਲੈ ਕੇ ਕਾਫੀ ਲੰਬਾ ਸੀਰੀਅਲ ਚੱਲਿਆ ਸੀਗਾ। ਤੇ ਮਿਹਰਬਾਨੀ ਕਰਕੇ ਮੈਂ ਚਾਹੁੰਦਾ ਜੇਕਰ ਤੁਸੀਂ ਫੋਨ ਤੇ ਬਿਜੀ ਰਹਿਣ ਦੇ ਸ਼ੌਕੀਨ ਆ, ਤੇ ਉਹਦੇ ਚ ਬਿਜੀ ਹੋ ਜਾਓ। ਬਹੁਤ ਸੋਹਣੇ ਤਰੀਕੇ ਨਾਲ ਉਹਦੇ ਚ ਗੱਲਾਂ ਜਿਹੜੀਆਂ ਕਹਾਣੀਆਂ ਉਹਨੂੰ ਸੋਹਣੇ ਤਰੀਕੇ ਨਾਲ ਖੋਲ ਕੇ ਦੱਸਿਆ ਗਿਆ। ਮੈਂ ਵੀ ਕੱਲ ਅਬਰਾਹਮ ਦੀ ਕਹਾਣੀ ਨੂੰ ਉਹਦੇ ਚ ਦੇਖਿਆ, ਬਹੁਤ ਪਿਆਰੀ ਕਹਾਣੀ ਆ, ਵਧੀਆ ਤਰੀਕੇ ਨਾਲ ਉਹ ਸਾਰਾ ਉਹਨਾਂ ਨੇ ਕੁਝ ਹੋਰ ਡਾਇਲੌਗ ਵਿੱਚ ਜੋੜੇ ਆ, ਉਸ ਵਚਨ ਦੇ ਥਰੂ ਹੀ ਵਚਨ ਨਾਲ ਰਿਲੇਟਡ ਵਧੀਆ ਤਰੀਕੇ ਨਾਲ ਉਹਨੂੰ ਉਚਾਰਨ ਕੀਤਾ ਗਿਆ। ਸੋ ਉਹਨੂੰ ਸੁਣੋ। ਹਾਲੇਲੂਇਆ। ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਤੁਹਾਡੇ ਕੰਨਾਂ 'ਚ ਕੀ ਪੈਂਦਾ ਰਹਿਣਾ ਚਾਹੀਦਾ? ਵਚਨ। ਜਿੱਥੇ ਕੰਨ 'ਚ ਪੈ ਗਿਆ ਫਿਲਮੀ ਗਾਣਾ, ਤੇ ਤੁਸੀਂ ਮੂੰਹ 'ਚੋਂ ਬੋਲੋ ਨਾ ਬੋਲੋ, ਮਨ ਤੁਹਾਡੇ ਨੇ ਗਾਉਂਦਾ ਹੀ ਰਹਿਣਾ। ਕੀ ਕਰਦੇ ਰਹਿਣਾ ਭਲਾ? ਗਾਉਂਦਾ ਹੀ ਰਹਿਣਾ। ਸੋ ਸ਼ੈਤਾਨ ਨੂੰ ਥਾਂ ਨਾ ਦਿਓ। ਮਨ ਗਾਊਗਾ ਤੇ ਇੱਕ ਦਿਨ ਮੂੰਹ ਨੇ ਵੀ ਗਾ ਹੀ ਦੇਣਾ। ਜੋ ਤੇਰੇ ਮਨ 'ਚ ਆ ਉਹ ਕਿੱਥੇ ਆ ਜਾਊਗਾ? ਤੇਰੇ ਮੂੰਹ 'ਚ ਆ ਜਾਊਗਾ। ਮਨ 'ਚ ਆ ਜਾਣ ਬਾਈਬਲ ਦੀਆਂ ਕਹਾਣੀਆਂ। ਹਾਲੇਲੂਇਆ। ਹੈਨਾ?
ਬਾਈਬਲ ਦੀ ਕਹਾਣੀ ਆ ਜਾਣ, ਬਾਈਬਲ ਦੇ ਪਾਤਰ ਆ ਜਾਣ, ਉਹਨਾਂ ਦੀ ਸਥਿਤੀ ਆ ਜਾਏ, ਉਹਨਾਂ ਦੇ ਦ੍ਰਿਸ਼ ਆ ਜਾਣ, ਕਿੱਦਾਂ ਕਿੱਦਾਂ ਦੇ ਉਹ ਹਾਲਾਤ ਦੇ ਵਿੱਚ ਸੀਗੇ। ਹਾਲੇਲੂਇਆ, ਹਾਲੇਲੂਇਆ। ਸੋ ਇਸ ਤਰੀਕੇ ਨਾਲ ਤੁਸੀਂ ਧਿਆਨ ਕਰਨਾ ਹੈ। ਹਾਂਜੀ ਹਾਂਜੀ, ਵੱਡੀਆਂ ਵੱਡੀਆਂ ਬਰਕਤਾਂ ਦਿੰਦਾ ਜੀ। ਅਬਰਾਹਮ ਹੋਣੀ, ਜਦੋਂ ਮੈਂ ਤੁਹਾਨੂੰ ਇਸੇ ਕਹਾਣੀ ਦੱਸ ਰਿਹਾ ਸੀ, ਅਬਰਾਹਮ ਹੋਣੀ ਜਦੋਂ ਚੱਲੇ ਆ ਰਹੇ, ਉਹਦੇ ਚ ਦਿਖਾ ਰਹੇ ਆ, ਆਪਾਂ ਸੁਣਿਆ ਵੀ ਹੋਇਆ, ਪੜਿਆ ਵੀ ਹੋਇਆ। ਤੇ ਜਦੋਂ ਚੱਲੇ ਆ ਰਹੇ ਤੇ ਅਬਰਾਹਮ ਦਾ ਭਰਾ ਕਹਿੰਦਾ ਵੀ ਹੈਰਾਨ ਆ ਗਿਆ ਆ, ਤੇ ਇਹਦੇ ਤੋਂ ਵਧੀਆ ਮੈਨੂੰ ਨਹੀਂ ਕਿ ਲੱਗਦਾ ਕੋਈ ਦੇਸ਼ ਹੋਰ ਰੱਬ ਆਪਾਂ ਨੂੰ ਦੇ ਸਕਦਾ, ਕਿਉਂਕਿ ਅਬਰਾਹਮ ਨਿਕਲਿਆ ਸੀ ਨਾ ਜਦੋਂ ਭਰਾ ਵਗੈਰਾ ਵੀ ਨਾਲ ਆ ਗਏ ਸੀਗੇ, ਪਿਓ ਵੀ ਆਇਆ ਸੀ। ਤੇ ਉਹਦੇ ਚ ਭਰਾ ਉਹਦਾ ਕਹਿ ਰਿਹਾ ਵੱਡਾ ਬਈ ਆਪਾਂ ਇੱਥੇ ਕੀ ਕਰ ਲੈਨੇ ਆ, ਵਸ ਜਾਣੇ, ਇਹਦੇ ਤੋਂ ਵਧੀਆ ਕੋਈ ਨਹੀਂ। ਉਹ ਕਹਿੰਦਾ ਹਜੇ ਪ੍ਰਭੂ ਨੇ ਮੈਨੂੰ ਕਿਹਾ ਨਹੀਂ, ਜਿੰਨੀ ਦੇਰ ਪ੍ਰਭੂ ਮੈਨੂੰ ਨੇ ਕਹਿੰਦਾ ਭਾਵੇਂ ਸਵਰਗ ਵੀ ਸਾਹਮਣੇ ਆ ਜੇ, ਮੈਂ ਉੱਥੇ ਰੁਕਣਾ। ਜਿਹੜਾ ਉਹਨੇ ਕਿਹਾ ਆ ਉਹਨੇ ਮੇਰੇ ਮਨ 'ਚ ਹੀ ਪਾ ਦੇਣਾ। ਵਾਕਈ ਜਦੋਂ ਮੇਰਾ ਮਨ ਕਹਿ ਦੂਗਾ ਆ ਤੇ ਉੱਥੇ ਉਹਨੂੰ ਮੈਂ ਮੰਨ ਲਊਗਾ। ਬੜੇ ਤਰਲੇ ਪਾਏ ਉਹਨੇ ਤੇ ਰੁਕ ਜਾ, ਉਹ ਕਹਿੰਦਾ ਨਹੀਂ ਮੈਂ ਰੁਕਣਾ, ਤੁਸੀਂ ਰੁਕ ਜਾਓ। ਉਹ ਰੁਕ ਗਏ ਸੀ, ਤੁਹਾਨੂੰ ਪਤਾ ਹੀ ਹੈ। ਔਰ ਉਸ ਤੋਂ ਬਾਅਦ ਫਿਰ ਲੂਤ ਨਾਲ ਚੱਲ ਪਿਆ ਸੀ। ਲੂਤ ਦੇ ਵੀ ਉਹ ਤਰਲੇ ਪਾਏ, ਇਹਦਾ ਦਿਮਾਗ ਖਰਾਬ ਹੋਇਆ ਹੈ, ਇਹ ਐਵੇਂ ਤੁਰਿਆ ਫਿਰਦਾ, ਕਿੰਨਾ ਜੀਵਨ ਦਾ ਸਫ਼ਰ ਕਿੰਨਾ ਇਦਾਂ ਗੁਜ਼ਾਰ ਲਿਆ ਆ, ਤੇ ਇਹ ਟਿਕਦਾ ਨਹੀਂ, ਕਿਤੇ ਟਿਕੀਏ, ਕਿਤੇ ਘਰ ਬੂਏ ਬਣਾਈਏ, ਕੁਛ ਕਰੀਏ, ਜ਼ਿੰਦਗੀ ਜੀਏ। ਤੇ ਉਹ ਲੂਤ ਵੀ ਉਹਦੇ ਨਾਲ ਤੁਰ ਪਿਆ। ਲੂਤ ਵੀ ਅੱਗੇ ਆ ਕੇ ਕੀ ਹੋ ਗਿਆ ਭਲਾ, ਹਨਾ? ਲੂਤ ਦਾ ਮਨ ਵੀ ਕੀ ਹੋ ਗਿਆ, ਵਿਗੜ ਗਿਆ। ਪ੍ਰਾਪਰਟੀ ਦਾ ਜਦੋਂ ਚੱਕਰ ਪੈ ਗਿਆ ਤੇ ਉਸ ਤੋਂ ਬਾਅਦ ਉਹਨੇ ਲੂਤ ਨੂੰ ਵੀ ਕੀ ਕਰਤਾ ਭਲਾ, ਕਹਿੰਦਾ ਤੂੰ ਵੀ ਵਧੀਆ ਜਗ੍ਹਾ ਆਪਣੀ ਮਤਲਬ ਦੀ ਚੁਣ ਲਾ, ਮੈਨੂੰ ਮੇਰਾ ਪ੍ਰਭੂ ਜਿੱਥੇ ਰੱਖੂਗਾ ਮੈਂ ਉੱਥੇ ਹੀ ਰਹਿਣਾ ਹੈ। ਹਾਲੇਲੂਇਆ। ਸੋ ਇਦਾਂ ਦਾ ਮਨ ਸਾਡਾ ਹੋਣਾ ਚਾਹੀਦਾ। ਖੁਦਾਵੰਦ ਵੱਡੀਆਂ ਵੱਡੀਆਂ ਬਰਕਤਾਂ ਦੇਣ ਲਈ ਸਾਨੂੰ ਤਿਆਰ ਹੈ, ਪਰ ਅਸੀਂ ਆਪਣੇ ਮਨ ਮਤੇ ਨਾਲ ਛੋਟੀ ਜਿਹੀ ਬਰਕਤ ਤੇ ਇੰਨੇ ਡੁੱਲ ਜਾਂਦੇ ਆ, ਕਈ ਵਾਰੀ ਇੰਨੇ ਵਿਗੜ ਜਾਂਦੇ ਉਸੇ ਬਰਕਤ ਲਈ, ਕਹਿਣ ਦੀ ਗੱਲ ਹੀ ਨਹੀਂ। ਹਾਲੇਲੂਇਆ। ਵੱਡੀਆਂ ਬਰਕਤਾਂ ਦੇ ਵਿੱਚ ਆਪਾਂ ਦੇਖ ਲੈਂਦੇ ਹਾਂ ਵਚਨ ਰਸੂਲਾਂ ਦੀ ਕਿਤਾਬ 4:33 ਆਏ। ਹਾਲੇਲੂਇਆ, ਸਤੁਤੀ। ਅਤੇ ਰਸੂਲ ਵੱਡੀ ਸ਼ਕਤੀ ਨਾਲ ਪ੍ਰਭੂ ਯਿਸੂ ਦੇ ਜੀ ਉੱਠਣ ਦੀ ਸਾਖੀ ਦਿੰਦੇ ਸਨ। ਔਰ ਉਹਨਾਂ ਸਭਨਾਂ ਉੱਤੇ ਵੱਡੀ ਕਿਰਪਾ ਸੀ। ਕਿੰਨੀ ਕਿਰਪਾ ਸੀ ਬਈ? ਵੱਡੀ। ਹਾਲੇਲੂਇਆ। ਇਹਦਾ ਮਤਲਬ ਮੇਰੇ ਤੇ ਕਿਰਪਾ ਹੋਈ ਆ, ਕਿਰਪਾ ਤੱਕ ਪਹੁੰਚ ਹੋਈ ਆ, ਤੇ ਮੈਂ ਕਿਰਪਾ ਨੂੰ ਕੀ ਕਰੀ ਜਾਵਾਂ ਭਲਾ? ਕਿ ਉਹਦੀ ਕਿਰਪਾ ਦਾ ਕੋਈ ਥਾਂ ਨਹੀਂ ਨਾ। ਮੈਂ ਕਮਾ ਨਹੀਂ, ਇਹ ਤੋਂ ਵੀ ਵੱਡੀ ਹੋਣੀ ਚਾਹੀਦੀ, ਇਹ ਤੋਂ ਵੱਡੀ ਹੋਣੀ ਚਾਹੀਦੀ, ਇਹ ਤੋਂ ਵੱਡੀ ਹੋਣੀ ਚਾਹੀਦੀ। ਹਾਲੇਲੂਇਆ। ਮੇਰਾ ਮਨ ਇਦਾਂ ਦਾ ਰਹਿਣਾ ਚਾਹੀਦਾ, ਕਿਉਂਕਿ ਜੇ ਮੇਰੇ ਇਕਰਾਰ ਦੇ ਨਾਲ ਪ੍ਰਮਾਤਮਾ ਨੇ, ਮੇਰੇ ਪਾਪ ਮੰਨਣ ਨਾਲ ਪ੍ਰਮਾਤਮਾ ਦੀ ਕਿਰਪਾ ਮੇਰੇ ਤੇ ਹੋਈ ਆ, ਤੇ ਅਗਲਾ ਜੀਵਨ ਜੀ ਕੇ ਕਿਰਪਾ ਤੇ ਕਿਰਪਾ ਹੋ। ਹਾਲੇਲੂਇਆ। ਅੱਗੇ ਜੀਵਨ ਵੀ ਉਹਦੀ ਮਰਜ਼ੀ ਦਾ ਗੁਜ਼ਾਰਨਾ। ਪਰਮੇਸ਼ਰ ਦੀ ਇੱਛਾ ਹੈ ਹਰ ਤਾਂ ਤੇ ਇਨਸਾਨ ਕੀ ਕਰੇ, ਤੌਬਾ ਕਰੇ। तो ਜਿਹੜਾ ਤੌਬਾ ਕਰਦਾ ਉਹਦੀ ਪਹੁੰਚ ਕਿਰਪਾ ਤੱਕ ਹੋਗੀ। ਹੁਣ ਜਿਹਦੀ ਪਹੁੰਚ ਕਿਰਪਾ ਤੱਕ ਹੋਗੀ, ਪਰਮੇਸ਼ਰ ਇਹ ਨਹੀਂ ਚਾਹੁੰਦਾ ਕਿ ਬਸ ਕਿਰਪਾ ਦਾ ਅੰਸ਼ ਹੀ ਇਹਨੂੰ ਪ੍ਰਾਪਤ ਹੋਵੇ। ਕਿਰਪਾ ਤੇ ਕੀ ਹੋਵੇ ਭਲਾ? ਕਿਰਪਾ ਤੇ ਕਿਰਪਾ, ਕਿਰਪਾ ਤੇ ਕਿਰਪਾ, ਵੱਡੀ ਕਿਰਪਾ ਪ੍ਰਾਪਤ ਹੋਵੇ। ਹਾਲੇਲੂਇਆ, ਹਾਲੇਲੂਇਆ। ਸੋ ਵੱਡੀ ਕਿਰਪਾ ਪਾਉਣ ਲਈ ਅਸੀਂ ਹੋਰ ਵੱਡੇ ਨਮਰ ਹੋ ਜਾਈਏ, ਕਿਉਂਕਿ ਵਚਨ ਤੇ ਕਹਿੰਦਾ ਯਿਸੂ ਮਸੀਹ ਨੇ ਆਪਣੇ ਆਪ ਨੂੰ ਇਹ ਜਗ੍ਹਾ ਤੇ ਆ ਕੇ ਇੰਨਾ ਸ਼ੂન્ય ਕਰ ਦਿੱਤਾ ਕਿ ਪਰਮੇਸ਼ਰ ਨੇ ਉਹਨੂੰ ਜ਼ਮੀਨ ਆਸਮਾਨ ਦਾ ਕੁੱਲ ਅਖਤਿਆਰ ਦੇ ਦਿੱਤਾ। ਕੀ ਕਰ ਦਿੱਤਾ ਆ? ਕੁੱਲ ਅਧਿਕਾਰ ਦੇ ਦਿੱਤਾ। ਕੀਤਾ ਕੀ ਆ? ਉਹਨੇ ਆਪਣੇ ਆਪ ਨੂੰ ਨਮਰ ਕੀਤਾ ਹੈ। ਹਾਲੇਲੂਇਆ। ਨਮਰ ਕੀਤਾ ਆ, ਦੀਨ ਕੀਤਾ ਆ। ਸੋ ਅਸੀਂ ਵੀ ਆਪਣੇ ਆਪ ਨੂੰ ਕੀ ਕਰਦੇ ਰਹੀਏ? ਦੀਨ ਕਰਦੇ ਰਹੀਏ। ਬਾਣੀ 'ਚ ਲਿਖਿਆ ਦੀਨ ਕਰੋ, ਸਮੇਂ ਤੇ ਪਰਮੇਸ਼ਰ ਤੁਹਾਨੂੰ ਕੀ ਕਰਦਾ ਜਾਊਗਾ? ਉੱਚੀਆਂ ਕਰਦਾ ਜਾਊਗਾ। ਵਿਰੋਧੀਆਂ ਦੀਆਂ ਗੱਲਾਂ ਦਾ ਜਵਾਬ ਪਰਮੇਸ਼ਰ ਆਪਣੇ ਆਪ ਹੀ ਕੀ ਕਰਦਾ ਰਹੂਗਾ। ਜਿਹਨਾਂ ਤੁਸੀਂ ਸਮਝਦੇ ਤੁਹਾਡੇ ਵਿਰੋਧ ਦੇ ਵਿੱਚ ਆ, ਤਾਂ ਤੁਹਾਨੂੰ ਤੁਹਾਡਾ ਮਜ਼ਾਕ ਉਡਾਉਂਦੇ ਆ, ਜਾਂ ਤੁਹਾਨੂੰ ਠੱਠਾ ਕਰਦੇ, ਤੁਹਾਨੂੰ ਬਦਨਾਮ ਕਰਦੇ ਆ, ਤੁਸੀਂ ਕਿਰਪਾ ਦੇ ਅਧੀਨ ਕਰਦੇ ਹੋ ਪ੍ਰਭੂ ਦੇ ਆਪਣੇ ਆਪ ਨੂੰ। ਪਰਮੇਸ਼ਰ ਸਮੇਂ ਸਿਰ ਤੁਹਾਨੂੰ ਕੀ ਕਰ ਦੂਗਾ? ਉੱਚਾ। ਮਤਲਬ ਮੈਨੂੰ ਮੰਨ ਲਓ ਸਮੇਂ ਸਿਰ ਪਰਮੇਸ਼ਰ ਉੱਚਾ ਕਰਦਾ, ਤੇ ਬਾਕੀ ਕੀ ਹੋ ਜਾਣਗੇ? ਬਾਕੀ ਮੇਰੇ ਨਾਲ ਦੇ ਕੀ ਹੋਣਗੇ? ਕਿੱਦਾਂ ਉੱਚੇ ਹੋ ਜਾਣਗੇ? ਮੈਨੂੰ ਕਿੱਦਾਂ ਪਰਮੇਸ਼ਰ? ਹਾਂਜੀ, ਜਦੋਂ ਮੈਨੂੰ ਪਰਮੇਸ਼ਰ ਸਮੇਂ ਤੇ ਉੱਚਾ ਕਰ ਦੂਗਾ ਤੇ ਆਪ ਹੀ ਨਹੀਂ ਹੋ ਜਾਣਗੇ ਨੀਵੇਂ ਬਾਕੀ। ਹਾਲੇਲੂਇਆ। ਇਦਾਂ ਦਾ ਜੀਵਨ ਜੀ ਕੇ ਦਿਖਾਓ ਨਾ। ਜਿਹੜਾ ਵਿਰੋਧੀ ਆ ਉਹਨੂੰ ਆਪਣੇ ਆਪ 'ਚ ਹੀ ਨਮੋਸ਼ੀ ਆ ਜਾਏ, ਮੈਂ ਤਾਂ ਇਹਦਾ ਫੱਕਾ ਨਹੀਂ ਛੱਡਿਆ, ਪਰ ਇਹ ਜਿਹਦੇ ਪਿੱਛੇ ਚੱਲਿਆ ਨਾ, ਉਹਨੇ ਇਹਨੂੰ ਕੀ ਕਰਦਾ ਹੈ? ਉੱਚਾ ਕਰ।
ਹਾਲੇਲੂਇਆ। ਸੋ ਪਰਮੇਸ਼ਵਰ ਜਵਾਬ ਦੇਵੇ। ਹਾਲੇਲੂਇਆ। ਭਾਈ ਇਕਬਾਲ ਨੇ ਪਾਈ ਸੀ ਪੋਸਟ, ਕਹਿੰਦੇ ਵੀ ਦੁਨੀਆ ਤੁਹਾਡੇ ਵਿਰੋਧ ਕਰੇ ਤੇ ਉਹਦੀ ਕੋਈ ਗੱਲ ਨਹੀਂ, ਦੁਸ਼ਮਣ ਜਿਹੜਾ ਨਾ ਦੁਸ਼ਮਣ ਵੀ ਤੁਹਾਡੀ ਸਿਫਤ ਕਰੇ। ਦੁਨੀਆ ਸਿਫਤ ਕਰਦੀ, ਦੁਨੀਆ ਸਿਫਤ ਕਰਦੀ ਆ ਤੇ ਉਹ ਚ ਕੋਈ ਖਾਸ ਗੱਲ ਨਹੀਂ। ਦੁਸ਼ਮਣ ਵੀ ਤੁਹਾਡੀ ਕੀ ਕਰੇ ਭਲਾ? ਸਿਫਤ ਕਰੇ। ਦੁਸ਼ਮਣ ਨੂੰ ਵੀ ਆਖਰ ਕਹਿਣਾ ਪਵੇ ਵਾਕਿਆ ਵੀ ਬੰਦਾ ਇਹੀ ਠੀਕ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸੋ ਅਸੀਂ ਆਪਣਾ ਜੀਵਨ ਜੀ ਕੇ ਦਿਖਾਉਨੇ ਆ। ਜਿਹੜੇ ਵਿਰੋਧ ਚੋਟਦੇ ਘਰ ਆ ਕੇ ਮਾਫੀ ਮੰਗ ਕੇ ਜਾਂਦੇ। ਕਿੱਥੇ? ਘਰ ਆ ਕੇ ਮਾਫੀ ਮੰਗ ਕੇ ਜਾਂਦੇ। ਕਾਰਨ ਕੀ? ਕਿ ਅਸੀਂ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਦਿੱਤਾ ਨਹੀਂ, ਅਸੀਂ ਆਪਣੇ ਪ੍ਰਭੂ ਦੇ ਬਚਨ ਨੂੰ, ਆਪਣੀ ਸੇਵਾ ਨੂੰ ਲੈ ਕੇ ਅੱਗੇ ਵਧਦੇ ਗਏ, ਨਿੰਦਾ ਬਦਨਾਮੀ ਉਠਾਉਂਦੇ ਹੋਏ। ਹਾਲੇਲੂਇਆ, ਹਾਲੇਲੂਇਆ। ਲੋਕਾਂ ਦੇ ਘਰਾਂ, ਕੋਠਿਆਂ, ਬਾਥਰੂਮਾਂ ਤੇ ਚੜ ਕੇ ਰੱਬ ਦੀਆਂ ਗੱਲਾਂ ਸੁਣਾਉਣੀਆਂ ਖਾਲਾ ਜੀ ਦਾ ਵਾੜਾ ਹੈ ਨਹੀਂਗਾ। ਹਾਲੇਲੂਇਆ, ਹਾਲੇਲੂਇਆ। ਸੋ ਅਸੀਂ ਇਹ ਗੱਲਾਂ ਨੂੰ ਕੀ ਕਰ ਰਹੇ ਹਾਂ? ਸੁਣਾ ਰਹੇ ਹਾਂ। ਹੁਣ ਵਾਰੀ ਚੌਂਕਾਂ ਦੀ ਆ, ਫਿਰ ਵਾਲੀ ਗਲੀਆਂ ਦੀ ਆ। ਹਾਲੇਲੂਇਆ। ਹਰ ਜਗ੍ਹਾ ਤੇ ਜਿੱਥੇ ਵੀ ਹੋ ਸਕੂਗਾ ਅਸੀਂ ਪ੍ਰਭੂ ਦੇ ਵਚਨ ਨੂੰ ਸੁਣਾਵਾਂਗੇ। ਅਸੀਂ ਤਾਂ ਸ਼ਰਮਾਵਾਂਗੇ ਨਹੀਂ। ਇਸ ਲਈ ਅਸੀਂ ਵੱਡੀ ਜੇ ਬਰਕਤ ਚਾਹੁੰਦੇ ਆ, ਕਿਰਪਾ ਤੇ ਕਿਰਪਾ ਚਾਹੁੰਦੇ, ਵੱਡੀ ਕਿਰਪਾ ਚਾਹੁੰਦੇ ਆ, ਤੇ ਉਹਦੇ ਅੱਗੇ ਆਪਣੇ ਆਪ ਨੂੰ ਕੀ ਕਰਨਾ? ਨੀਵੇਂ ਕਰਕੇ ਉਹਦੀ ਰਜ਼ਾ 'ਚ ਰਹਿ ਕੇ ਸਭ ਕੁਝ ਚੱਲਦੇ ਹੋਏ ਅੱਗੇ ਵਧਣਾ ਹੈ। ਹਾਲੇਲੂਇਆ। ਅੱਗੇ ਵਧਣਾ ਆ। ਕਿਸੇ ਵੱਲ ਵੀ ਦੇਖ ਕੇ ਰੁਕਣਾ ਨਹੀਂ। ਘਰ ਦੇ ਹਾਲਾਤ ਦੇਖ ਕੇ ਰੁਕਣਾ ਨਹੀਂ। ਵੈਰੀ ਦਾ ਸਿਸਟਮ ਦੇਖ ਕੇ ਰੁਕਣਾ ਨਹੀਂ। ਆਪਣਾ ਜੋ ਨਿਸ਼ਾਨਾ ਆ ਉਹਦੇ ਵੱਲ ਅਸੀਂ ਕੀ ਕਰਨਾ ਆ? ਚੱਲਦੇ ਹੀ ਜਾਣਾ ਹੈ। ਹਾਲੇਲੂਇਆ, ਹਾਲੇਲੂਇਆ। ਇੱਕ ਗੱਲ ਹੋਰ ਪੜ੍ਹ ਕੇ ਫਿਰ ਪ੍ਰਾਰਥਨਾ ਕਰਦੇ ਹਾਂ। ਕਿਰਪਾ ਮੁਕਤੀ ਲਿਆਉਂਦੀ ਹੈ। ਪਹਿਲਾਂ ਆਪਾਂ ਕੀ ਦੇਖਿਆ? ਦੁਬਾਰਾ ਰਿਪੀਟ ਕਰ ਦਿਓ। ਪਹਿਲਾ ਨੰਬਰ ਕੀ ਦੇਖਿਆ ਆ? ਹਾਂਜੀ, ਸੰਸਾਰ ਤੇ ਕੀ ਹੁੰਦੀ ਆ? ਸੰਸਾਰ ਤੋਂ ਬਚਾਉਂਦੀ ਆ। ਸਾਰੀਆਂ ਚੰਗੀਆਂ ਵਸਤੂਆਂ ਪ੍ਰਾਪਤ ਹੁੰਦੀਆਂ ਹਨ। ਸਾਰੀਆਂ ਚੰਗੀਆਂ ਵਸਤਾਂ ਪ੍ਰਾਪਤ ਹੁੰਦੀਆਂ ਆ। ਮਨੁੱਖਾਂ ਨੂੰ ਤੋਬਾ ਵੱਲ ਲੈ ਕੇ ਆਉਂਦੀ ਆ। ਵੱਡੀਆਂ ਵੱਡੀਆਂ ਬਰਕਤਾਂ ਮਿਲਦੀਆਂ ਆ। ਕਾਹਦੇ ਕਾਰਨ? ਕਿਰਪਾ ਦੇ ਕਾਰਨ। ਸਾਡਾ ਵਿਸ਼ਾ ਹੈਗਾ ਕਿਰਪਾ। ਜਿਹੜੀ ਵੀ ਗੱਲ ਨੂੰ ਦੇਖਣਾ ਹੈ ਉਹਦੇ ਵਿੱਚ ਕੀ ਮਿਕਸ ਹੋਈ ਦੇਖਣਾ ਆ? ਕਿਰਪਾ। ਹਾਲੇਲੂਇਆ। ਜਿੱਦਾਂ ਆਲੂ ਸਾਰੀਆਂ ਸਬਜ਼ੀਆਂ 'ਚ ਪੈ ਜਾਂਦਾ। ਹਾਲੇਲੂਇਆ। ਪਹਿਲਾਂ ਸਮੋਸਿਆਂ ਟਿੱਕੀਆਂ 'ਚ ਨਹੀਂ, ਹਰੇਕ ਸਬਜ਼ੀ 'ਚ ਆਪਾਂ ਕੀ ਕਰ ਸਕਦੇ ਹਾਂ? ਆਲੂ ਪਾ ਸਕਦੇ ਹਾਂ। ਚਿਕਨ 'ਚ ਵੀ ਕੀ ਪਾ ਸਕਦੇ ਹਾਂ? ਆਲੂ ਪਾ। ਚਿਕਨ 'ਚ ਪਾਇਆ ਹੋਇਆ ਆਲੂ ਹੋਰ ਟੇਸਟੀ ਹੋ ਜਾਂਦਾ। ਹਾਲੇਲੂਇਆ, ਹਾਲੇਲੂਇਆ। ਸੋ ਕਹਿਣ ਦਾ ਮਤਲਬ ਆ ਇਹ ਜਿਹੜੀ ਕਿਰਪਾ ਆ ਕਿਸੇ ਵੀ ਥਾਂ 'ਚ ਆ ਗਈ, ਉਹਦਾ ਟੇਸਟ ਉਹਨੇ ਕੀ ਕਰਨਾ ਆ? ਬਦਲ ਕੇ ਰੱਖਣਾ। ਹਾਲੇਲੂਇਆ। ਮੇਰੇ ਪਾਪੀ ਤੇ ਆਈ, ਮੇਰਾ ਟੇਸਟ ਕੀ ਹੋ ਗਿਆ? ਬਦਲ ਗਿਆ। ਹਾਲੇਲੂਇਆ। ਮੇਰਾ ਸੁਭਾਅ ਕੀ ਹੋ ਗਿਆ? ਬਦਲ ਗਿਆ। ਮੇਰਾ ਚਾਲ ਚੱਲਣ ਕੀ ਹੋ ਗਿਆ? ਬਦਲ ਗਿਆ। ਇਸੇ ਤਰੀਕੇ ਨਾਲ ਕਿਰਪਾ ਜਦੋਂ ਆਉਂਦੀ ਆ ਤੇ ਆਪਾਂ ਦੇਖਣਾ ਆ ਕਿਰਪਾ ਨੂੰ ਕਿ ਮੇਰਾ ਜਿਹੜਾ ਉਧਾਰ ਆ ਉਹਦੇ ਵਿੱਚ ਵੀ ਕੀ ਸ਼ਾਮਲ ਆ? ਕਿਰਪਾ ਆ। ਹਾਂਜੀ, तीतुस 2 अध्याय ਉਹਦੀ 11 और 12 आयत। तीतुस 2 अध्याय ਉਹਦੀ 11 और 12 आयत। क्यों जो परमेश्वर ਦੀ ਕਿਰਪਾ ਸਭਨਾ ਮਨੁੱਖਾਂ ਦੀ ਮੁਕਤੀ ਲਈ ਪ੍ਰਗਟ ਹੋਈ। ਹਾਂ, ਕਿੰਨਿਆਂ ਮਨੁੱਖਾਂ ਦੀ ਮੁਕਤੀ ਲਈ ਪ੍ਰਗਟ ਹੋਈ? ਸਭਨਾ ਮਨੁੱਖਾਂ ਦੀ ਮੁਕਤੀ ਲਈ ਪ੍ਰਗਟ ਹੋਈ। ਜਿਹੜਾ ਮਨੁੱਖ ਆਪਣੇ ਚੋਂ ਦੀ ਕਿਰਪਾ ਨੂੰ ਪਾਊਗਾ ਉਹ ਮੁਕਤੀ ਪਾਊਗਾ। ਹਾਂ, ਅਤੇ ਸਾਨੂੰ ਤਾੜਨਾ ਦਿੰਦੀ ਹੈ। ਹਾਂ, ਨਾਲ ਸਾਨੂੰ ਕੀ ਕਰ ਰਹੀ ਹੈ ਭਲਾ? ਤਾੜਨਾ ਦੇ ਰਹੀ ਆ। ਭਈ ਅਸੀਂ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਯੁੱਗ ਵਿੱਚ ਹਾਂ ਸੁਰਤ ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰੀਏ। ਹਾਂ, ਅੱਗੇ ਸਾਡਾ ਹੁਣ ਕੰਮ ਕੀ ਹੋ ਗਿਆ ਬਈ? ਜਦੋਂ ਇਹ ਕਿਰਪਾ ਸਾਡੇ ਉੱਤੇ ਆ ਗਈ ਆ, ਸਾਨੂੰ ਮੁਕਤੀ ਮਿਲ ਗਈ ਆ, ਹੁਣ ਡਰਦੇ ਤੇ ਕੰਬਦੇ ਹੋਏ ਮੁਕਤੀ ਦਾ ਕੰਮ ਨਿਭਾਉਂਦੇ ਹੋਏ ਕੁਝ ਗੱਲਾਂ ਨੂੰ ਆਪਣੇ ਜੀਵਨ 'ਚ ਲਾਗੂ ਕਰਨਾ ਆ ਅਸੀਂ। ਹਾਲੇਲੂਇਆ। ਉਹ ਕਿਹੜੀਆਂ ਗੱਲਾਂ? ਦੁਬਾਰਾ ਆ ਜਾਓ। ਸੁਰਤ ਦੇ ਨਾਲ। ਹਾਂ, ਹੁਣ ਜਦੋਂ ਅਸੀਂ ਕਿਰਪਾ ਪਾ ਲਈ ਆ, ਮੁਕਤੀ ਪਾ ਲਈ ਆ, ਤੇ ਹੁਣ ਕੀ ਬਣਨਾ ਆ? ਸੁਰਤ ਵਾਲੇ ਬਣਨਾ, ਬੇਸੁਰਤੇ ਨਹੀਂ ਬਣਨਾ। ਅੱਜ ਮੁਕਤੀ ਪਾ ਕੇ ਵੀ ਅਸੀਂ ਟੈਲੀਵਿਜ਼ਨ ਦੇ ਅੱਗੇ ਕੀ ਕਰਦੇ ਭਲਾ? ਬੈਠ ਜਾਂਦੇ ਨਾ, ਉਹੀ ਊਲ ਜਲੂਲ ਸਾਰਾ ਸਿਸਟਮ ਦੇਖਦੇ ਆ। ਅੱਜ ਮੁਕਤੀ ਪਾ ਕੇ ਵੀ ਅਸੀਂ ਚੁਗਲੀਆਂ ਕਰਨ ਨੂੰ ਕੀ ਕਰ ਦਿੰਦੇ ਆ? ਬਹਿ ਜਾਂਦੇ ਨਾ। ਪਰ ਕੀ ਕਰਨਾ ਆ?
ਜਿਹੜਾ ਸੁਰਤ ਵਾਲਾ ਹੋਗਾ ਉਹਨੂੰ ਪਤਾ ਲੱਗ ਜਾਊਗਾ ਮੈਂ ਮੁਕਤੀ ਪਾਈ ਆ, ਮੇਰੇ ਤੇ ਕਿਰਪਾ ਹੋਈ ਆ, ਮੈਂ ਆਪਣੇ ਪਰਮੇਸ਼ਰ ਦੇ ਮਨ ਨੂੰ ਦੁਖੀ ਕਰਨਾ ਨਹੀਂ। ਹਾਲੇਲੂਇਆ। ਮੈਂ ਕੀ ਬਣਨਾ ਆ? ਸੁਰਤ ਵਾਲਾ ਬਣਨਾ। ਮੈਂ ਪਹਿਲਾਂ ਬੇਸੁਰਤਾ ਸੀਗਾ, ਪਾਪ ਨੇ ਮੇਰੀ ਮੱਤ ਕੀ ਕੀਤੀ ਹੋਈ ਸੀਗੀ? ਮਾਰੀ ਹੋਈ ਸੀਗੀ। ਹਾਲੇਲੂਇਆ। ਮੈਂ ਆਪਣੀਆਂ ਹੀ ਬਦਮਸਤੀਆਂ ਵਿੱਚ ਚੱਲਦਾ ਸੀ, ਪਰ ਹੁਣ ਜਦੋਂ ਕਿਰਪਾ ਹੋਈ ਆ ਤੇ ਮੈਂ ਕੀ ਕਰਨਾ ਆ? ਸੁਰਤ ਵਾਲਾ ਬਣਨਾ। ਕਿਹੜਾ ਬਣਨਾ ਬਈ? ਸੁਰਤ ਵਾਲਾ ਬਣਨਾ ਆ। ਹਾਲੇਲੂਇਆ, ਹਾਲੇਲੂਇਆ। ਸਾਡੇ ਯੋਧੇ ਇੰਨੇ ਥੱਕ ਗਏ, ਕੱਲ ਅਸੀਂ ਸ਼ਨੀਵਾਰ ਨੂੰ ਸੱਦਾ ਦਿੱਤਾ ਸੀ ਰਾਤ ਨੂੰ ਆ ਜਾਓ ਪ੍ਰਾਰਥਨਾ ਤੇ, ਕਹਿੰਦੇ ਆਪਣੇ ਆਪਣੀ ਥਾਂ ਤੇ ਕਰ ਲਾਂਗੇ, ਥੱਕੇ ਬਹੁਤ ਹੋਏ। ਮਨਜੀਤ ਥੱਕ ਗਏ ਯੋਧੇ। ਹਾਲੇਲੂਇਆ, ਹਾਲੇਲੂਇਆ। ਮੈਂ ਸੋਚਦਾ ਤੁਸੀਂ ਦੁਨਿਆਵੀ ਕੰਮ ਕਰਕੇ ਥੱਕ ਜਾਂਦੇ, ਥੋੜੇ ਚਲਾ ਕੇ ਥੱਕ ਜਾਂਦੇ, ਦੁਕਾਨਦਾਰੀ ਕਰਕੇ ਥੱਕ ਜਾਂਦੇ, ਪਾਰਲਰ 'ਚ ਮਸਾਜਾਂ ਕਰਦੇ ਥੱਕ ਜਾਂਦੇ ਆ। ਹਾਲੇਲੂਇਆ। ਤੇ ਆ ਜਿਹੜਾ ਸਿਸਟਮ ਆ ਇਹਦੇ ਵਿੱਚ ਤੁਸੀਂ ਕੁਝ ਹਿੱਸਾ ਹੀ ਪਾਉਂਦੇ ਨਹੀਂ, ਇਹਦੇ 'ਚ ਥੱਕ ਕੇ ਦਿਖਾਓ ਤਾਂ ਮੈਨੂੰ। ਹਾਲੇਲੂਇਆ, ਹਾਲੇਲੂਇਆ। ਸੋ ਇਹਦਾ ਮਤਲਬ ਸਾਰੀਆਂ ਦੁਨਿਆਵੀ ਚੀਜ਼ਾਂ, ਦੁਨਿਆਵੀ ਕੰਮ ਤੁਹਾਨੂੰ ਕੀ ਕਰਨਗੇ? ਥਕਾਉਣਗੇ। ਪਰ ਜੇਕਰ ਯੁੱਧ ਕਰੋਗੇ ਉਹ ਤੁਹਾਨੂੰ ਬਲ ਹੀ ਦਊਗਾ। ਯੋਧੇ ਬਣੋਗੇ, ਬਲ ਦਊਗਾ। ਇਸ ਲਈ ਯੁੱਧ ਦੇ ਸਥਾਨ ਤੇ ਆਪਾਂ ਕੀ ਕਰਨਾ ਆ? ਜਦੋਂ ਮੁਕਰਰ ਕਰ ਲਿਆ ਇੱਕ ਸਮਾਂ ਕਿ ਆਪਾਂ ਕੀ ਕਰਨਾ, ਉਹਦੇ ਚ ਆਉਣਾ। ਸੋ ਇਹਨਾਂ ਦੀ ਬੇਨਤੀ ਅਸੀਂ ਕਬੂਲ ਕੀਤੀ ਕਿ ਰੋਜ਼ ਨਹੀਂ ਆਉਣਾ। ਰੋਜ਼ ਅਸੀਂ ਕੰਮ ਕਰਦੇ, ਕਈ ਵਾਰ ਲੰਬਾ ਹੋ ਜਾਂਦਾ, ਕੁਛ ਹੋ ਜਾਂਦਾ, ਤੇ ਅਸੀਂ ਇੱਕ ਵਾਰੀ ਆ ਜਾਵਾਂਗੇ। ਹੁਣ ਇੱਕ ਵਾਰੀ ਤੋਂ ਵੀ ਕੀ ਹੋ ਗਏ? ਸ਼ੈਤਾਨ ਨੇ ਹੌਲੀ 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 ਕਰਕੇ ਉੱਥੇ ਹੀ ਰੱਖ ਦੇਣਾ ਹੈ, ਜਿੱਥੇ ਵਿੱਚ ਚੁਗਲੀ ਨਿੰਦਿਆ ਤੇ ਪਾਦਰੀ ਤਾਂ ਜਖਣਾ ਹੀ ਵੜ ਦੇਣੀ ਨਾ ਮੇਨ। ਕਿਉਂਕਿ ਜਦੋਂ ਤੁਸੀਂ ਕਿਰਪਾ ਤੋਂ ਦੂਰ ਹੁੰਦੇ ਆ, ਸਭ ਤੋਂ ਪਹਿਲਾਂ ਨਿਸ਼ਾਨਾ ਤੁਹਾਡਾ ਕੌਣ ਹੁੰਦਾ? ਇਹਨੇ ਹੀ ਮੱਤ ਮਾਰੀ, ਇਹ ਸਾਨੂੰ ਬੰਦੀਆਂ ਕਰਾਉਂਦਾ, ਇਹ ਸਾਨੂੰ ਬੰਦੀਆਂ ਸਾਰਾ, ਇਹ ਸਵੇਰੇ ਸਵੇਰੇ ਠਾਲ ਕੇ ਲੈ ਜਾਂਦਾ। ਹਾਲੇਲੂਇਆ। ਇਹਦੇ ਕੱਖ ਨਾ ਰਵੇ, ਇਹਦੇ ਐਕਸੀਡੈਂਟ ਹੋ ਜੇ, ਹੋ ਜੇ, ਆ ਹੋ ਜੇ, ਇਹਨੂੰ ਆ ਹੋ ਜੇ, ਇਹਨੂੰ ਪੁਲਿਸ ਹੀ ਚੱਕ ਕੇ ਲੈ ਜੇ। ਹਾਲੇਲੂਇਆ, ਹਾਲੇਲੂਇਆ। ਪਰ ਵਚਨ ਚ ਲਿਖਿਆ ਜਿਹੜੇ ਯੋਧੇ ਸੀ ਨਾ, ਯੁੱਧ ਕਰਦੇ ਪੁਲਿਸ ਚੱਕ ਕੇ ਲੈ ਗਈ, ਜੰਜੀਰਾਂ ਟੁੱਟ ਗਈਆਂ। ਤੁਸੀਂ ਦੱਸੋ ਮੈਨੂੰ ਅੰਦਰ ਕਰਾਉਣਾ ਆ ਕਿ ਜੰਜੀਰਾਂ ਤੋੜਾਉਣੀਆਂ? ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਕਿਉਂਕਿ ਇੱਕ ਤੁਹਾਨੂੰ ਦਿੱਤਾ ਗਿਆ ਨਾ, ਜਿਹਨੇ ਤੁਹਾਨੂੰ ਅੱਗੇ ਤੱਕ ਪਹੁੰਚਾਉਣਾ, ਜਿਹਨੇ ਤੁਹਾਡਾ ਦੇਖਾ ਕਰਨਾ ਨਾ, ਉਹਦੀ ਜ਼ਿੰਮੇਵਾਰੀ ਬਹੁਤ ਆ। ਉਹਨੇ ਤਾੜਨਾ ਤੋੜਨਾ ਕਰਨੀ ਆ, ਸਾਰਾ ਕੁਝ ਕਰਨਾ, ਕਿਉਂਕਿ ਉਹਨੂੰ ਇਹ ਹੱਕ ਦਿੱਤਾ ਗਿਆ ਆ। ਤੇ ਜਦੋਂ ਕਿਰਪਾ ਤੋਂ ਆਪਾਂ ਵਾਂਝੇ ਹੁੰਨੇ ਆ, ਸਭ ਤੋਂ ਪਹਿਲਾ ਵੈਰੀ ਆਪਣਾ ਕੌਣ ਹੋ ਜਾਂਦਾ? ਬੋਲੋ ਬੋਲੋ। ਸਭ ਤੋਂ ਵੱਡਾ ਪਹਿਲਾ ਵੈਰੀ ਕੌਣ ਹੋ ਜਾਂਦਾ ਆ? ਪਾਦਰੀ। ਫਿਰ ਪਾਦਰੀ ਦੁਆਰਾ, ਪਾਦਰੀ ਸਮਝ ਲੈਂਦਾ ਹੁਣ ਵੈਰੀ ਹੋ ਗਿਆ, ਇਹਦਾ ਤਾਂ ਕੰਮ ਖਰਾਬ ਹੋ ਗਿਆ, ਕਿਰਪਾ ਤੋਂ ਡਿੱਗ ਗਿਆ, ਕੀ ਕਰੀਏ? ਤੇ ਇਹਨੇ ਹੁਣ ਮੈਨੂੰ ਤਾਂ ਫਿਰ ਪਾਦਰੀ ਭੇਜਦਾ ਦੂਸਰੇ ਨੂੰ, ਭਾਈ ਤੁਸੀਂ ਕਰ ਲਓ, ਮੇਰੀ ਤੁਹਾਨੂੰ ਸੁਣਨੀ ਨਹੀਂ। ਫਿਰ ਉਹ ਵੀ ਕੀ ਆਂਦਾ ਉਹਦਾ, ਜਿਹੜਾ ਉਹਨੂੰ ਮਨਾਉਣ ਜਾਊਗਾ, ਉਹ ਵੀ ਇਹ ਪਾਦਰੀ ਦਾ ਚਮਚਾ। ਹਾਲੇਲੂਇਆ। ਕੀ ਕਰੀਏ, ਕੀ ਕਰੀਏ, ਕੀ ਕਰੀਏ? ਹਾਲੇਲੂਇਆ, ਹਾਲੇਲੂਇਆ। ਇਸ ਲਈ ਉਹਦੀ ਕਿਰਪਾ ਨੂੰ ਕੀ ਕਰ ਲਓ? ਸਮਝ ਲਓ। ਜੇਕਰ ਤੁਹਾਨੂੰ ਕਲੀਸਿਆ 'ਚ ਯੁੱਧ ਕਰਨ ਦਾ ਮੌਕਾ ਮਿਲ ਗਿਆ, ਯੋਧੇ ਬਣ ਜਾਓ। ਹਾਲੇਲੂਇਆ। ਜੇਕਰ ਵਰਸ਼ਿਪ ਦਾ ਮੌਕਾ ਮਿਲ ਗਿਆ, ਵਰਸ਼ਿਪਰ ਬਣ ਜਾਓ। ਹਾਲੇਲੂਇਆ। ਪਰ ਉਹ ਬਣੋ ਜੈਸੇ ਖੁਦਾ ਚਾਹੁੰਦਾ ਹੈ। ਹਾਲੇਲੂਇਆ। ਦਿਖਾਵੇ ਦਾ ਕੁਝ ਵੀ ਕਰੋ, ਕੁਝ ਨਾ ਕਰੋ। ਆ ਜਾਓ, ਮੁਕਤੀ ਲੈ ਕੇ ਆਉਂਦੀ ਹੈ ਨਾ। ਪੜ੍ਹ ਦਿਓ, ਪੜ੍ਹ ਦਿਓ, ਸੁਰਤ ਵਾਲੇ ਹੋ ਜਾਓ। ਕਿਉਂ ਜੋ ਪਰਮੇਸ਼ਰ ਦੀ ਕਿਰਪਾ ਸਭਨਾ ਮਨੁੱਖਾਂ ਦੀ ਮੁਕਤੀ ਲਈ ਪ੍ਰਗਟ ਹੋਈ, ਹਾਂ ਹੋਈ, ਅਤੇ ਸਾਨੂੰ ਤਾੜਨਾ ਦਿੰਦੀ ਹੈ। ਹਾਂ, ਇਹ ਜਿਹੜੀ ਕਿਰਪਾ ਸਾਡੇ ਤੇ ਪ੍ਰਗਟ ਹੋਈ ਹੈ, ਸਾਨੂੰ ਕੀ ਦੇ ਰਹੀ ਹੈ ਭਲਾ? ਤਾੜਨਾ। ਹਾਲੇਲੂਇਆ। ਯਾਨੀ ਕਿ ਜਿਹੜੀ ਕਿਰਪਾ ਤੁਹਾਡੇ ਤੇ ਪਰਮੇਸ਼ਰ ਦੀ ਹੋਈ ਸੀ, ਜੇਕਰ ਇਹਨਾਂ ਦਿਨਾਂ 'ਚ ਠੰਡੇ ਪੈ ਰਹੇ ਆ, ਤਾਂ ਕਿਰਪਾ ਪਰਮੇਸ਼ਰ ਦੇ ਦਾਸ ਵਿੱਚੋਂ ਦੀ ਹੋ ਕੇ ਸਾਨੂੰ ਕੀ ਕਰ ਰਹੀ ਆ? ਤਾੜਨਾ ਕਰ ਰਹੀ। ਅਸੀਂ ਸੋਚਦੇ ਨੇ ਕਈ ਵਾਰੀ ਦਾਸ ਕੋਈ ਆਪਣੀ ਸਵਾਰਥ ਦਾ ਕਰਕੇ ਤਾੜਨਾ ਕਰਦਾ, ਜਾਂ ਸਾਡੇ ਕਿਸੇ ਗੱਲ ਤੋਂ ਖਿਜਾ ਹੋਇਆ ਸਾਡੇ ਤੇ ਕੀ ਕਰਦਾ ਹੈ? ਤਾੜਨਾ ਕਰਦਾ ਹੈ। ਪਰ ਵਚਨ ਦੱਸਦਾ ਹੈ ਕਿਰਪਾ ਤਾੜਨਾ ਕਰਾ ਰਹੀ ਹੈ। ਹਾਲੇਲੂਇਆ। ਤਾੜਨਾ ਹੁੰਦੀ ਹੈ, ਹਾਂ, ਅਤੇ ਸਾਨੂੰ ਤਾੜਨਾ ਦਿੰਦੀ ਹੈ। ਹਾਂ, ਤਾੜਨਾ ਦਿੰਦੀ। ਭਈ ਅਸੀਂ ਅਭਗਤੀ ਅਤੇ ਸੰਸਾਰੀ ਵਿਸ਼ਿਆਂ ਤੋਂ ਮਨ ਫੇਰ ਕੇ ਇਸ ਵਰਤਮਾਨ ਯੁੱਗ ਵਿੱਚ ਹਾਂ ਸੁਰਤ, ਹਾਂ, ਹੁਣ ਕੀ ਸਾਡੀ ਜ਼ਿੰਮੇਵਾਰੀ ਲੱਗ ਗਈ ਆ? ਸੁਰਤ ਵਾਲੇ ਬਣ ਜੀਏ। ਧਰਮ ਅਤੇ ਭਗਤੀ ਨਾਲ ਉਮਰ ਬਤੀਤ ਕਰੀਏ। ਹਾਂ, ਧਰਮ ਦੇ ਨਾਲ, ਭਗਤੀ ਦੇ ਨਾਲ ਉਮਰ ਬਤੀਤ ਕਰੀਏ, ਸੁਰਤ ਵਿੱਚ ਰਹਿ ਕੇ।
हालेलुया। इसलिए सवेरे हो सके तो 4 बजे, नहीं तो फिर 5 बजे उठो, प्रभु का धन्यवाद। हालेलुया। नींद का वावा जोर होंदा है क्योंकि रात को 1:30-2 बजे तक मोबाइल ते खेडे हुंदे हैं, गेमां जो कुछ भी आ, जिन्ने भी फिल्मी सीरीयल सूरीयल जो भी सारा करके आपां देखिया हुंदा है। पादरी दा तां आपां एक बारी माड़ा जिहा क्लिक कीता हुंदा, उन्हें पता लग जाए देख लिया है, सुनिया भावें एक शब्द ना होवे। आ रिव्यू बनते, व्यू का मतलब ये थोड़ी वो सारा ही सुनते सानू, व्यू का मतलब भी देख लिया किसी जेड़ा देख लिया फस गया। प्रभु कहोगे जो तू देखा सी तो पूरा क्यों देखा। हालेलुया हालेलुया। सो इसलिए ਉਹਦੇ ਚ ਤੁਸੀਂ ਉਹ ਪਾਦਰੀ ਨੂੰ ਤਾਂ ਬਸ ਇਦਾਂ ਭੁਲੇਖੇ ਵਿੱਚ ਪਾਉਣ ਲਈ ਅੱਜ ਖੁਦਾ ਦੇ ਦਾਸ ਦੇ ਜਿਹੜੇ ਭਾਂਜਾ ਆ ਦਿੱਲੀ ਦੇ ਵਿੱਚ ਤਿਮੋਥੀ, ਇਸ ਕਰਕੇ ਉਹਨਾਂ ਦਾ ਨਾਮ ਆ ਅਬਰਾਹਮ ਤਿਮੋਥੀ, ਤੇ ਉਹ ਗੱਲ ਕਰ ਰਹੇ ਸੀ, ਕਹਿੰਦੇ ਸੀ ਲੋਕੀ ਇਦਾਂ ਹੁਣ ਭਗਤੀ ਬਣ ਗਈ ਰੈਡੀਮੇਡ, ਤੇ ਲੋਕੀ ਹੁਣ ਸੋਚਦੇ ਵੀ ਆਪਾਂ ਇੱਥੇ ਸੁਣੀ ਜਾਣਾ ਹੈ, ਤੇ ਸੰਗਤੀ ਕਰਨ ਤੋਂ ਉਹਨਾਂ ਦਾ ਮਨ ਕੀ ਹੋਈ ਜਾ ਰਿਹਾ, ਖੱਟਾ ਹੋਈ ਜਾ ਰਿਹਾ ਵੀ ਸੰਗਤੀ ਦੀ ਜਿੱਥੇ ਪਹੁੰਚ ਹੋਣੀ, ਜਿੱਥੇ ਇਕੱਠੇ ਹੋਣਾ ਹੈ, ਉਹਦੇ ਵਾਸਤੇ ਕਾਫੀ ਗਹਿਰੀ ਗੱਲ ਦੱਸ ਰਹੇ ਸੀ। तो दस रहे थे भी संगती करते कई बार फिर ये फोन से करते हैं, तो घर के कई बार कच्छा पा के बैठे होंगे आ, सुन की रहे होंगे भला वचन, कपड़े भी अद्धे लाए होंगे, वचन सुनते भी क्लिक कर दो, पास भी पता लग गया भी यूट्यूब से ऑन हो गया, भी आ भाई एक हो गया, एक अख वध गई, पता नहीं अख अन्नी आ। हालेलुया। एक अख वध गई, मैनू भी 2-4 अखां देखदियां होनी, पता नहीं फिर देखदियां कि नहीं। सो भी अन्नियां वांगू होने बेचारे, वो कई तो रसोई च लगे होने, मैंने उदा रखा होना कि आवाज आई जाए कन्ना च, अपने सारे काम दूसरी थां गलों फड़िया हो दूजे की पता। सो कहने का मतलब आप किदा है दुनिया के दुनिया लोगों की भगती दे अपने घर च, जेकर कोई मंदिर बनाया, छोटा जिहा स्थान बनाया, उत्थे भी नहा धो के की करनगे, बैठणगे पूरे तसल्ली नाल बैठणगे, ते आवाज भावें आवे ना आवे, कोई सिक्ख्या भावें मिले ना मिले, वो सानू तो रब बोलदा है, क्योंकि जो दास बोलता कौन बोलता है, किहदा वचन बोलता है, रब का वचन बोलता है। तो असी उस टाइम वो सुनते भी कई बार उस चौकसी ना नहीं पैंदे, कई कहते बैठते लत्तां खिलार के बैठे होंगे, कुछ भी आ भी इत्थे किहड़ा देखदा, तो कहते इदां ही तुहानूं देखदे कोई तुहाडा दूसरी कौम दा आ जावे, तो देखी यार ये अपने रब दे गल किद्दां दे हो के सुनदे आ, भी वो ठोकर खाओगे नहीं, की करूगा भाई ठोकर खाओगा। इन्हां तो वधिया तो असीं अपने रब नूं पूजदे, भावें रब ही नहीं। हालेलुया हालेलुया। इसलिए सारिया गल्लां च चौकसो सुरत वाले हो, सुरत वाले जदों रब दा वचन सुन लगदे उदों अपने आप को एकदम इदां दे कर लो कि असीं हुण किहदी सुन रहे हैं, रब दी सुन रहे हैं। ਉਹਦੇ ਚ ਤੁਸੀਂ 2 ਮਿੰਟ ਸੁਣੋ, 3 ਮਿੰਟ ਸੁਣੋ, ਉਸੇ ਟਾਈਮ ਉਦਾਂ ਦੇ ਚੌਕਸ ਹੋ ਕੇ ਸੁਣੋ, ਉਸ ਤੋਂ ਬਾਅਦ ਉਹਨੂੰ ਬੰਦ ਕਰੋ, ਫਿਰ ਕਿਤੇ ਕੋਈ ਕੰਮ ਕਰ ਲਓ, ਕੁਝ ਕਰ ਲਓ, ਬਾਅਦ ਸੁਣਨਾ ਬਾਅਦ ਸੁਣੋ, ਨਹੀਂ ਸੁਣਨਾ ਨਾ ਸੁਣੋ, ਪਰ ਜਿੰਨੀ ਦੇਰ ਸੁਣੋ ਕਿਦਾਂ ਦੀ ਸੁਣੋ, ਸੁਰਤ ਵਿੱਚ ਸੁਣੋ, ਰੱਬ ਦੀ ਬਾਣੀ ਆ, क्योंकि एक एक बिंदी का भी उन्हें की लेना है, हिसाब लेना है। हालेलुया। एक एक गल का शब्द का उत्थे हिसाब होने वाला है, इसलिए ध्यान करना है। साडी जो कृपा साडे ते हुई है तो साडी मुक्ति हुई है, तो मुक्ति दे द्वारा जो मुक्त हुए हैं तो सानू कृपा कहती है कि सुरत वाले हो जाओ। हालेलुया। एक वचन होर पढ़ते हैं ये रिलेटेड, इफसियों सॉरी बस इतने रोक देने, टाइम हो तक। खुदावन खुदा तेरा शुक्र, तेरी तारीफ हो, धन्यवाद हो अज के दिन के वास्ते, इस समय के वास्ते प्रभु, जो असीं तेरी कृपा के वास्ते कुछ गल्लां नूं असीं सुनिया है प्रभु, असीं कदे सुनने वाले नहीं होइए, चलण वाले बन जाइए, सुरत वाले बन जाइए खुदावन। सारी विरोध की भावना साडे च चली जाए, वैर की भावना चली जाए खुदावन, जलन की भावना चली जाए, चुगली की भावना चली जाए, तेरे वचन की जगह साडे अंदर बन जाए, वचन जड़ फड़े प्रभु जी, और साडे जीवना तो दूसरे ठोकर नहीं खुदावंद, दूसरे लोग भी बदल जान, ऐसी कृपा करना, रहम करना, सबना ते वड्डी कृपा कर देना प्रभु यीशु मसीह नाम दे विच। हुण साडे खुदा दा फजल, बाप दी मोहब्बत, पवित्र आत्मा दी फाकशा होण तो लैके हमेशा हमेशा तक सब ईमानदारां कसे नाल नाल हुंदी रहे। हालेलुया।